ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ। ਤੇ ਅੱਜ ਆਪਾਂ ਪੰਜਾਬ ਦੇ ਆਉਣ ਵਾਲੇ ਐਗਜ਼ਾਮਸ ਦੇ ਲਈ ਪ੍ਰਾਚੀਨ ਇਤਿਹਾਸ ਦੇ ਕੁਝ ਕੁਐਸਚਨ ਜਿਹੜੇ ਸੁਪਰ ਇੰਪੋਰਟੈਂਟ ਹੈਗੇ ਆ ਤੇ ਲਾਸਟ ਈਅਰ ਐਗਜ਼ਾਮਸ ਜਿੰਨੇ ਵੀ ਹੋਏ ਆ ਸੈਂਟਰ ਦੇ ਸਾਰਿਆਂ ਦੇ ਵਿੱਚ ਪੁੱਛੇ ਗਏ ਆ, ਉਹ ਵਾਲੇ ਕੁਐਸਚਨ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ। ਤੇ ਇਹ ਲਗਭਗ 500 ਕੁਐਸਚਨ ਹੋਣੇ ਆ ਜਿਹੜੇ ਆਪਾਂ ਸਾਰੇ ਕਵਰ ਕਰਨੇ ਆ। ਤਾਂ ਅੱਜ ਉਸ ਵੀਡੀਓ ਦਾ ਪਹਿਲਾ ਭਾਗ ਹੈ ਉਸ ਵੀਡੀਓ ਸੀਰੀਜ਼ ਦਾ। ਤਾਂ ਆਪਾਂ ਇੱਕ ਇੱਕ ਕਰਕੇ ਸ਼ੁਰੂ ਕਰਦੇ ਹਾਂ ਬਈ ਸਾਰੇ ਕੁਐਸਚਨਸ ਨੂੰ। ਸਭ ਤੋਂ ਪਹਿਲਾ ਕੁਐਸਚਨ ਕਿਹੜਾ ਹੈ ਕਿ ਕਿਸ ਸ਼ਾਸਕ ਨੇ ਗੱਦੀ ਤੇ ਬੈਠਣ ਲਈ ਆਪਣੇ ਪਿਤਾ ਬਿੰਬੀਸਾਰ ਦਾ ਕਤਲ ਕੀਤਾ ਸੀ। ਠੀਕ ਹੈ, ਤਾਂ ਆਪਣੇ ਪਿਤਾ ਬਿੰਬੀਸਾਰ ਨੂੰ ਮਾਰ ਕੇ ਕੌਣ ਰਾਜਾ ਬਣਿਆ ਸੀ, ਇਹ ਕੁਐਸਚਨ ਹੈ ਬਈ। ਤਾਂ ਇਹਦਾ ਰਾਈਟ ਆਨਸਰ ਕੀ ਹੈ? ਇਹਦਾ ਰਾਈਟ ਆਨਸਰ ਹੈ ਅਜਾਤ ਸ਼ਤਰੂ। ਕੀ ਹੈ ਇਹਦਾ ਰਾਈਟ ਆਨਸਰ? ਅਜਾਤ ਸ਼ਤਰੂ। ਠੀਕ ਹੈ, ਅਜਾਤ ਸ਼ਤਰੂ ਆਪਣੇ ਪਿਤਾ ਬਿੰਬੀਸਾਰ ਨੂੰ ਮਾਰ ਕੇ ਰਾਜਾ ਬਣਿਆ ਸੀ। ਹੁਣ ਆਪਾਂ ਅਜਾਤ ਸ਼ਤਰੂ ਬਾਰੇ ਕੁਝ ਕੁਐਸਚਨ ਦੇਖਦੇ ਹਾਂ ਬਈ। ਅਜਾਤ ਸ਼ਤਰੂ ਨੂੰ ਕੁਨੀਕਾ ਕਿਹਾ ਜਾਂਦਾ ਸੀ, ਇਹ ਯਾਦ ਰੱਖਣਾ, ਇਹ ਡਾਇਰੈਕਟ ਕੁਐਸਚਨ ਆ ਜਾਂਦਾ ਹੈ ਕਿ ਕੁਨੀਕਾ ਜਾਂ ਪਿਤੰਜਾ ਜਾਂ ਪ੍ਰਿਤਹੰਤਾ। ਪ੍ਰਿਤਹੰਤਾ ਹੁੰਦਾ ਹੈ ਮਤਲਬ ਪਿਤਾ ਦੀ ਹੱਤਿਆ ਕਰਨ ਵਾਲਾ। ਪਿਤਹੰਤਾ ਜਾਂ ਪਿਤੰਜਾ ਕਿਹਨੂੰ ਕਿਹਾ ਜਾਂਦਾ ਹੈ? ਇਹ ਅਜਾਤ ਸ਼ਤਰੂ ਨੂੰ ਕਿਹਾ ਜਾਂਦਾ ਹੈ, ਪਿਤਾ ਦੀ ਹੱਤਿਆ ਕਰਨ ਵਾਲਾ। ਠੀਕ ਹੈ ਜੀ। ਅਜਾਤ ਸ਼ਤਰੂ ਬਾਰੇ ਇਹ ਤੁਸੀਂ ਯਾਦ ਰੱਖ ਸਕਦੇ ਹੋ, ਇਸ ਦੇ ਟਾਈਮ ਦੇ ਵਿੱਚ ਬੁੱਧ ਧਰਮ ਦੀ ਪਹਿਲੀ ਸਭਾ ਹੋਈ ਸੀ, ਫਸਟ ਕਾਉਂਸਿਲ। ਬੁੱਧ ਧਰਮ ਦੀ ਜਿਹੜੀ ਪਹਿਲੀ ਸਭਾ ਸੀ ਉਹ ਇਸੇ ਦੇ ਟਾਈਮ ਦੇ ਵਿੱਚ ਹੋਈ ਸੀ। ਤੇ ਇਹ ਕਿਹੜੇ ਵੰਸ਼ ਨਾਲ ਸੰਬੰਧਿਤ ਸੀ ਰਾਜਾ? ਇਹ ਰਾਜਾ ਸੰਬੰਧਿਤ ਸੀ ਹਰਿਅੰਕ ਵੰਸ਼ ਦੇ ਨਾਲ। ਹਰਿਅੰਕ ਵੰਸ਼ ਦੇ ਨਾਲ ਇਹ ਸੰਬੰਧਿਤ ਸੀ। ਠੀਕ ਹੈ ਜੀ। ਹਰਿਅੰਕ ਵੰਸ਼ ਤੁਹਾਨੂੰ ਪਤਾ ਹੈ ਮਗਧ ਦੇ ਜਿਹੜੇ ਸਭ ਤੋਂ ਪੁਰਾਣੇ ਵੰਸ਼ ਹੈਗੇ ਆ, ਹਨਾ। ਸਭ ਤੋਂ ਪਹਿਲਾ ਵੰਸ਼ ਕਿਹੜਾ ਸੀਗਾ ਮਗਧ ਦਾ? ਹਰਿਅੰਕ ਵੰਸ਼ ਹੀ ਮੰਨਿਆ ਜਾਂਦਾ ਹੈ, ਹਰਿਅੰਕ ਵੰਸ਼। ਤੇ ਹਰਿਅੰਕ ਵੰਸ਼ ਦਾ ਪਹਿਲਾ ਰਾਜਾ ਬਿੰਬੀਸਾਰ ਨੂੰ ਮੰਨਿਆ ਜਾਂਦਾ ਹੈ। ਬਿੰਬੀਸਾਰ ਤੋਂ ਬਾਅਦ ਅਜਾਤ ਸ਼ਤਰੂ ਰਾਜਾ ਬਣਿਆ ਸੀ। ਠੀਕ ਹੈ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਕਲੀਅਰ ਹੈ ਬਈ। ਇਸ ਤੋਂ ਇਲਾਵਾ ਅਜਾਤ ਸ਼ਤਰੂ ਬਾਰੇ ਇੱਕ ਦੋ ਪੁਆਇੰਟ ਹੋਰ ਹੈ ਜਿਹੜੇ ਤੁਸੀਂ ਯਾਦ ਰੱਖ ਸਕਦੇ ਹੋ। ਅਜਾਤ ਸ਼ਤਰੂ ਨੇ ਯੁੱਧ ਦੇ ਵਿੱਚ ਦੋ ਨਵੇਂ ਹਥਿਆਰ ਇਸਤੇਮਾਲ ਕਰੇ ਸੀ, ਮਤਲਬ ਹਥਿਆਰ ਰੱਖਣ ਦਾ ਬੜਾ ਸ਼ੌਕੀਨ ਸੀ ਇਹ। ਠੀਕ ਹੈ ਨਾ। ਤਾਂ ਦੋ ਨਵੇਂ ਹਥਿਆਰ ਉਹ ਕਿਹੜੇ ਸੀਗੇ? ਇੱਕ ਤਾਂ ਸੀਗਾ ਬਈ ਮਹਾਸ਼ਿਲਾ ਕੰਟਕ, ਮਹਾਸ਼ਿਲਾ ਕੰਟਕ। ਤੇ ਇੱਕ ਸੀਗਾ ਰਥ ਮੂਸਲ। ਇਹ ਯਾਦ ਰੱਖਣੇ ਆ, ਰਥ ਮੂਸਲ ਤੇ ਮਹਾਸ਼ਿਲਾ ਕੰਟਕ ਦੋ ਨਵੇਂ ਹਥਿਆਰ ਕਿਹੜੇ ਰਾਜੇ ਨੇ ਇੰਟਰੋਡਿਊਸ ਕਰੇ, ਹਨਾ, ਕਿਹੜੇ ਰਾਜੇ ਨੇ ਬਣਾਏ? ਤਾਂ ਉਹਦਾ ਆਨਸਰ ਕੀ ਹੋ ਜਾਊਗਾ? ਅਜਾਤ ਸ਼ਤਰੂ। ਓਕੇ, ਨੈਕਸਟ ਕੁਐਸਚਨ ਤੇ ਆਜੋ, ਫਿਰ ਬਾਕੀ ਦੀ ਇਨਫੋਰਮੇਸ਼ਨ ਆਪਾਂ ਕਿਸੇ ਹੋਰ ਵੀਡੀਓ ਕਿਸੇ ਹੋਰ ਕੁਐਸਚਨ ਦੇ ਵਿੱਚ ਕਰਾਂਗੇ। ਹੇਠ ਲਿਖਿਆਂ ਵਿੱਚੋਂ ਕਿਸ ਚੋਲ ਰਾਜੇ ਨੇ ਗੰਗਈ ਕੌਂਡ ਦੀ ਉਪਾਧੀ ਲਈ ਸੀ? ਤਾਂ ਗੰਗਈ ਕੌਂਡ ਬਤਾਣਾ ਆਪਾਂ ਨੇ ਬਈ। ਇਹਦਾ ਰਾਈਟ ਆਨਸਰ ਕੀ ਹੈ? ਇਹਦਾ ਰਾਈਟ ਆਨਸਰ ਹੈ ਰਾਜਿੰਦਰ ਪ੍ਰਥਮ, ਰਾਜਿੰਦਰ ਪਹਿਲਾ। ਠੀਕ ਹੈ, ਤਾਂ ਰਾਜਿੰਦਰ ਪਹਿਲਾ ਸੀਗਾ ਜਿਹੜਾ ਚੋਲ ਵੰਸ਼ ਦਾ ਰਾਜਾ, ਇਹਨੇ ਗੰਗਈ ਕੌਂਡ ਦੀ ਉਪਾਧੀ ਲਈ ਸੀ। ਮਤਲਬ ਜਿਹੜੇ ਸਭ ਤੋਂ ਜ਼ਿਆਦਾ ਫੇਮਸ ਰਾਜੇ ਹੋਏ ਆ ਚੋਲ ਵੰਸ਼ ਦੇ, ਉਹਨਾਂ ਵਿੱਚੋਂ ਇੱਕ ਹੈ ਰਾਜਿੰਦਰ, ਹਨਾ। ਤੇ ਇਹਦੇ ਪਿਤਾ ਦਾ ਨਾਮ ਵੀ ਪੁੱਛਿਆ ਜਾਂਦਾ, ਤਾਂ ਇਹਦੇ ਪਿਤਾ ਦਾ ਨਾਮ ਸੀਗਾ ਬਈ ਰਾਜਾ ਰਾਜ। ਇਹ ਵੀ ਯਾਦ ਰੱਖਣਾ, ਸੁਪਰ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਚੋਲ ਵੰਸ਼ ਦਾ ਸੰਸਥਾਪਕ ਕਿਹਨੂੰ ਕਿਹਾ ਜਾਂਦਾ ਹੈ? ਚੋਲ ਵੰਸ਼ ਦਾ ਸੰਸਥਾਪਕ ਕਿਹਾ ਜਾਂਦਾ ਹੈ ਵਿਜਯਾਲਿਆ ਨੂੰ। ਇਹ ਵੀ ਯਾਦ ਰੱਖਣਾ ਹੈ, ਫਾਊਂਡਰ, ਚੋਲ ਵੰਸ਼ ਦਾ ਫਾਊਂਡਰ ਜਾਂ ਸੰਸਥਾਪਕ। ਠੀਕ ਹੈ, ਕੌਣ ਹੈ? ਵਿਜਯਾਲਿਆ, ਇਹ ਯਾਦ ਰੱਖਣਾ ਹੈ। ਠੀਕ ਹੈ, ਇਸ ਤੋਂ ਇਲਾਵਾ ਅੱਜ ਆਪਾਂ ਦੇਖਦੇ ਹਾਂ ਬੰਗਾਲ ਦੀ ਖਾੜੀ, ਹਨਾ। ਸਭ ਨੂੰ ਪਤਾ ਹੈ ਨਾ, ਸਭ ਨੂੰ ਬੇ ਆਫ ਬੰਗਾਲ ਕਿੱਥੇ ਹੈ ਇੰਡੀਆ ਦੇ ਵਿੱਚ। ਬੇ ਆਫ ਬੰਗਾਲ ਨੂੰ ਆਪਣੇ ਟਾਈਮ ਦੇ ਵਿੱਚ ਇਹਨਾਂ ਨੇ ਲੇਕ ਬਣਾ ਕੇ ਰੱਖਤਾ ਸੀ। ਠੀਕ ਹੈ ਨਾ, ਲੇਕ, ਇੱਕ ਛੋਟੀ ਜਿਹੀ ਝੀਲ, ਕਿਉਂਕਿ ਇਹਨਾਂ ਕੋਲ ਇੰਨੀ ਪਾਵਰਫੁਲ ਨੇਵੀ ਸੀ, ਆਰਮੀ ਸੀ, ਕਿ ਉਹਦੇ ਨੇੜੇ ਤੇੜੇ ਜਿੰਨੀ ਵੀ ਟੈਰੀਟਰੀ ਸੀਗੀ ਬੇ ਆਫ ਬੰਗਾਲ ਦੇ, ਹਨਾ, ਉਹ ਸਾਰੀ ਇਹਨਾਂ ਦੇ ਕੰਟਰੋਲ ਦੇ ਵਿੱਚ ਸੀਗੀ। ਮਤਲਬ ਬੇ ਆਫ ਬੰਗਾਲ ਨੂੰ ਕਿਹਾ ਜਾਂਦਾ ਸੀਗਾ ਕਿ ਇਹ ਚੋਲ ਵੰਸ਼ ਵਾਲਿਆਂ ਦੀ ਕੀ ਹੈ? ਲੇਕ, ਚੋਲਾ ਲੇਕ ਇਹਨੂੰ ਕਿਹਾ ਜਾਂਦਾ ਸੀ, ਚੋਲ ਲੇਕ। ਠੀਕ ਹੈ, ਬੇ ਆਫ ਬੰਗਾਲ ਨੂੰ ਕੀ ਕਿਹਾ ਜਾਂਦਾ ਸੀਗਾ? ਚੋਲ ਲੇਕ ਕਿਹਾ ਜਾਂਦਾ ਸੀਗਾ, ਇਹਨਾਂ ਕਰਕੇ, ਚੋਲ ਕਰਕੇ। ਠੀਕ ਹੈ, ਇਹ ਯਾਦ ਰੱਖਣਾ ਬਈ ਆਪਾਂ ਨੇ ਸਾਰਿਆਂ ਨੇ। ਇਸ ਤੋਂ ਇਲਾਵਾ ਇਹਨੇ ਗੰਗਈ ਕੌਂਡ ਦੀ ਉਪਾਧੀ ਤਾਂ ਲਈ ਹੈ, ਨਾਲੇ ਗੰਗਈ ਕੌਂਡ ਚੋਲਾਪੁਰਮ ਸ਼ਹਿਰ ਵੀ ਜੇ ਤੁਹਾਨੂੰ ਪੁੱਛਿਆ ਜਾਵੇ ਕਿਹਨੇ ਵਸਾਇਆ, ਤਾਂ ਉਹ ਰਾਜੇਂਦਰ ਪ੍ਰਥਮ ਨੇ ਵਸਾਇਆ ਸੀਗਾ। ਠੀਕ ਹੈ, ਨੈਕਸਟ ਆ ਜਾਓ। ਇਹ ਡੈਸ਼ ਮਤਲਬ ਕਿਸੇ ਬੁੱਕ ਦੀ ਗੱਲ ਹੋ ਰਹੀ ਹੈ ਇੱਥੇ। ਰਾਜ ਕੌਸ਼ਲ, ਆਰਥਿਕ ਨੀਤੀ, ਫੌਜੀ ਰਾਜਨੀਤੀ ਬਾਰੇ ਇੱਕ ਪ੍ਰਾਚੀਨ ਭਾਰਤੀ ਗ੍ਰੰਥ ਹੈ ਜੋ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਗਿਆ ਸੀ। ਠੀਕ ਹੈ ਨਾ, ਤਾਂ ਇੱਕ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਹੋਈ ਕਿਤਾਬ ਦੀ ਗੱਲ ਹੋ ਰਹੀ ਹੈ, ਇੱਕ ਗ੍ਰੰਥ ਦੀ ਗੱਲ ਹੋ ਰਹੀ ਹੈ, ਜਿਹਦੇ ਵਿੱਚ ਸਾਨੂੰ ਪ੍ਰਾਚੀਨ ਭਾਰਤ ਦੇ ਰਾਜਨੀਤੀ, ਆਰਥਿਕ ਰਾਜਨੀਤੀ ਜਾਂ ਹੋਰ ਜਿਹੜੇ ਕੌਸ਼ਲ ਹੈਗੇ ਆ ਰਾਜ ਚਲਾਉਣ ਬਾਰੇ, ਉਹ ਸਾਨੂੰ ਪਤਾ ਲੱਗਦਾ ਹੈ। ਇਹਦਾ ਰਾਈਟ ਆਨਸਰ ਕੀ ਹੈ? ਇਹਦਾ ਰਾਈਟ ਆਨਸਰ ਹੈ ਚਾਣਕਿਆ ਦੀ ਲਿਖੀ ਹੋਈ ਕਿਤਾਬ अर्थ शास्त्र। ये किने लिखी है? चाणक्य ने।
किने लिखी है बई, चाणक्य ने लिखी है। एक तो ये याद रखना है। इस तो इलावा अर्थशास्त्र याद रखना है बई, ये पॉलिटी की बुक नहीं हैगी, सॉरी ये इकोनॉमिक्स की बुक नहीं हैगी, ये पॉलिटी की बुक है। ये इकोनॉमिक्स की बुक नहीं हैगी, ये अर्थशास्त्र की बुक नहीं हैगी, ये राजनीति की बुक है। ये सानू मौर्य वंश, ठीक है ना, मौर्य वंश की डिटेल पता लगती है, मौर्य वंश बारे पता लगता है, और मेनली चंद्रगुप्त, मेनली चंद्रगुप्त के प्रशासन बारे पता लगता है, चंद्रगुप्त मौर्य के प्रशासन बारे सानू पता लगता है। ओके, याद रखना है अपने। चाणक्य बारे थानू सारे पता है, चाणक्य का एक नाम होर है कौटल्या, ते एक होर है विष्णुगुप्त। विष्णुगुप्त, ठीक है, विष्णुगुप्त हो गया ना, एक कौटल्या भी यदा ही ना है, कौटल्या, ठीक है। ते चाणक्य के पिता का नाम, यह भी बहुत इंपॉर्टेंट है, मैं सीजीएल च देखा क्वेश्चन, चाणक्य के पिता का नाम की है, चाणक्य के पिता का नाम है चणक, चणक, ये भी तुम याद रख सकते हो, ठीक है। तो चाणक्य बस इन्ना याद रखो, बाकी चाणक्य की एक बुक होर है चाणक्य नीति, ये तो थानू पता ही है। नैक्सट आ जाओ भाई, हेठ लिखे शासकों विचों किस लिए एक ब्राह्मण वरत्या गया है, यानी एक टाइटल है, एक उपाधि है, एक ब्राह्मण की है ना, एक किनू मिली है, किनू कहा जाता है, तो यह कहा जाता है गौतमी पुत्र शतकर्णी नूं, किनू कहा जाता है, गौतमी पुत्र शतकर्णी लई ये उपाधि है जी वरती गई थी। हुण ये गौतमी पुत्र शतकर्णी बारे तुसीं कुछ पॉइंट देखो, जिहड़ा गौतमी पुत्र शतकर्णी है, ये सातवाहन वंश का, सातवाहन वंश का सब तो प्रसिद्ध राजा, सब तो प्रसिद्ध राजा, जो तुहानूं डायरैक्ट क्वेश्चन आवे कि सातवाहन वंश का सब तो प्रसिद्ध राजा कौन है, गौतमी पुत्र शतकर्णी, ठीक है। सातवाहन वंश का संस्थापक तुहानूं पूछा जाए तो संस्थापक होगा सीमुख, सीमुख या फिर सिंधुक, ਇਹਦਾ ही ना है सिंधुक, इन्हों इदा लिखो सिंधुक, ठीक है। सातवाहन वंश का संस्थापक सीमुक या सिंधुक। इन्हां दी राजधानी पूछी जाए तो इन्हां दी राजधानी हैगी प्रतिष्ठान, महाराष्ट्र दे विच, ओ लिख लियो तुसी प्रतिष्ठान, ठीक है, महाराष्ट्र दे विच। सातवाहन वंश का सब तो प्रसिद्ध राजा कौन है, गौतमी पुत्र शतकर्णी। ना इहदा शतकर्णी है, पर गौतमी जिहड़ा हैगा इहदी माता का नाम है। इस वंश दे विच की है, राजा के नाम के अगे उहदी माता का नाम जिहड़ा वो वरत्या जांदा सीगा, ठीक है। इस तो ही यह स्टार्ट होया सीगा। तीसरा राजा सीगा ये सातवाहन वंश का शतकर्णी, इन्हें ही शुरू कराया सीगा कि अपनी जिहड़ी मां है गौतमी, ओहदा नाम अपने नाम के अगे लगाना, गौतमी पुत्र, ठीक है। तो गौतमी पुत्र शतकर्णी बारे एक पॉइंट ये भी याद रखो भाई, गौतमी पुत्र शतकर्णी ने ना शक वंश का एक राजा सीगा भाई, शक वंश का एक राजा सीगा नहपान, नहपान ओनू हराया सीगा, ओनू हरा के इन्हें मतलब अपनी जिहड़ी खोई हुई प्रतिष्ठा सीगी सातवाहन वंश की, वो दोबारे हासिल करी सी, ठीक है, नहपान नूं हराया सी। तो यह याद रखना है बई, सुपर इंपोर्टेंट है। सातवाहन वंश वालियां दा जिहड़ा एरिया वो महाराष्ट्र ते कर्नाटक वाला एट प्रेजेंट जे आपां देखीए, ठीक है। इत्थे होर ऑप्शन तुसीं देख सकते हो, जिवें जे आपां खारवेला की गल करिए, ये ओडिशा की साइड दे सीगे। सुशर्मन है जिहड़ा, ये कणव वंश का आखिरी राजा सीगा, कणव वंश का आखिरी राजा सी। ते इस सुशर्मन नूं मार के ही जिहड़ा सीमुक है, इहने सातवाहन वंश बनाया सीगा। सीमुक ने या सिंधुक ने सुशर्मन कणव वंश के आखिरी राजे नूं मार के ही सातवाहन वंश है जिहड़ा वो बनाया सीगा, ठीक है। बाकी पुष्यमित्र शुंग बारे तुहानूं पता है, पुष्यमित्र शुंग ने मौर्य वंश नूं खत्म करया सीगा। मौर्य वंश का जिहड़ा आखिरी राजा सीगा बृहदत्त मौर्य, उहनूं मार के शुंग वंश शुरू किया सी, ठीक है। बाकी दी डिटेल आपां किसी होर क्वेश्चन दे विच करांगे। नैक्सट आ जाओ भाई, गुप्त काल दौरान चांदी का किहड़ा सिक्का जारी किया गया सी? गुप्त काल इंडिया की मतलब एंशियंट इंडिया की गोल्डन एज कहा जाता है, एंशियंट इंडिया की प्राचीन इतिहास की गोल्डन एज, क्लासिकल एज कहा जाता है गुप्त काल नूं, ठीक है। 250-300 साल इन्होंने राज करया। इन्होंने एक चांदी का एक सोने का सिक्का चलाया होया सी। चांदी के सिक्के नूं कहा जाता सीगा रुपयक, चांदी वाले नूं, ठीक है। रुपयक तो ही हुण रुपया वर्ड है जिहड़ा ये होंद दे विच आया। जे आपां गोल्ड की गल करिए, सोने के सिक्के नूं कहा जाता सीगा दिनार, ठीक है। अज भी यह वर्ड है जिहड़ा यूज होंदा है, अपनी जिहड़ी मिडल ईस्ट की कंट्रीज हैगियां उत्थे दिनार करंसी यूज होंदी है, ठीक है। ये याद रखना है। बाकी ठीक है। अच्छा, एक क्वेश्चन हो रहा है, गुप्त वंश के उत्ते क्वेश्चन आया हो सीगा, गुप्त वंश ने
ਕਿਹੜਾ ਮਤਲਬ ਚਾਰ ਆਪਸ਼ਨ ਦੇ ਹੋਏ ਸੀ, ਕਿਹਾ ਸੀ ਕਿ ਇਹਨਾਂ ਵਿੱਚੋਂ ਕਿਹੜਾ ਬੰਦਰਗਾਹ ਯੂਜ਼ ਕਰਿਆ ਸੀਗਾ। ਤਾਂ ਇੱਕ ਬੰਦਰਗਾਹ ਤੁਸੀਂ ਯਾਦ ਰੱਖ ਸਕਦੇ ਹੋ, ਤਾਮਰਲਿਪਤੀ ਬੰਦਰਗਾਹ। ਤਾਮਰਲਿਪਤੀ ਬੰਦਰਗਾਹ, ਤਾਮਰਲਿਪਤੀ ਪੋਰਟ ਜਿਹੜਾ ਇਹ ਗੁਪਤ ਵਾਲਿਆਂ ਦਾ ਪੋਰਟ ਸੀਗਾ। ਸੁਪਰ ਇੰਪੋਰਟੈਂਟ ਹੈ ਬਈ, ਇਹ ਸੁਪਰ ਇੰਪੋਰਟੈਂਟ ਹੈ। ਗੁਪਤ ਵੰਸ਼ ਵਾਲਿਆਂ ਦਾ ਇੱਕ ਪੋਰਟ ਸੀਗਾ ਤਾਮਰਲਿਪਤੀ ਪੋਰਟ। ਅੱਜ ਦੇ ਟਾਈਮ ਦੇ ਵਿੱਚ ਇਹਨੂੰ ਨਾਓ ਆਪਾਂ ਇਹਨੂੰ ਕੀ ਕਹਿੰਦੇ ਆ, ਤਾਮਲੁਕ ਕਹਿੰਦੇ ਆ। ਵੈਸਟ ਬੰਗਾਲ ਦੇ ਵਿੱਚ ਤੁਹਾਨੂੰ ਇਹ ਜਗ੍ਹਾ ਮਿਲ ਜੂਗੀ ਤਾਮਲੁਕ, ਪੱਛਮੀ ਬੰਗਾਲ ਦੇ ਵਿੱਚ ਇਹ ਜਗ੍ਹਾ ਤੁਹਾਨੂੰ ਮਿਲੂਗੀ। ਪਹਿਲਾਂ ਇਹਨੂੰ ਤਾਮਰਲਿਪਤੀ ਕਿਹਾ ਜਾਂਦਾ ਸੀਗਾ। ਇਹ ਬੰਦਰਗਾਹ ਸੀਗਾ, ਇਹ ਜਿਹੜੇ ਗੁਪਤ ਵਾਲੇ ਯੂਜ਼ ਕਰਦੇ ਸੀ। ਓਕੇ, ਆਜੋ ਬਾਈ ਨੈਕਸਟ ਕੁਐਸਚਨ ਤੇ ਆਜੋ। ਫਿਰ ਉਸ ਰਾਜ ਦਾ ਨਾਮ ਦੱਸੋ ਜਿਹਨੇ ਸਭ ਤੋਂ ਪਹਿਲਾਂ ਯੁੱਧਾਂ ਦੇ ਵਿੱਚ ਹਾਥੀਆਂ ਦੀ ਵਰਤੋਂ ਕੀਤੀ ਸੀ। ਤਾਂ ਬਹੁਤ ਸਾਰੇ ਵੰਸ਼ ਹੋਏ ਆ, ਜੇ ਆਪਾਂ ਦੇਖੀਏ ਇਹਨਾਂ ਦੇ ਵਿੱਚੋਂ ਮਗਧ ਵੰਸ਼ ਆਊਗਾ ਫਿਰ, ਜਿਹਨੇ ਸਭ ਤੋਂ ਪਹਿਲਾਂ ਹਾਥੀਆਂ ਦੇ ਵਿੱਚ ਯੁੱਧਾਂ ਦੇ ਵਿੱਚ ਹਾਥੀਆਂ ਦੀ ਵਰਤੋਂ ਕੀਤੀ ਸੀ। ਠੀਕ ਹੈ, ਤਾਂ ਇਹ ਯਾਦ ਰੱਖਣਾ, ਕਿਉਂਕਿ ਇਸ ਵੰਸ਼ ਨੇ ਕੀ ਹੈ, ਹਾਥੀਆਂ ਦਾ ਇਸਤੇਮਾਲ ਕਰਕੇ ਹੀ ਬਾਕੀ ਦੀ ਜਿਹੜੀ ਹੋਰ ਮਹਾਜਨਪਦਾਂ ਸੀਗੀ ਸਾਰੇ ਨੂੰ ਹੌਲੀ ਹੌਲੀ ਕਰਕੇ ਜਿੱਤਣਾ ਸ਼ੁਰੂ ਕਰਿਆ ਸੀ। ਤੇ ਇੱਕ ਟਾਈਮ ਅਜਿਹਾ ਆਇਆ ਸੀਗਾ ਸਮਰਾਟ ਅਸ਼ੋਕ ਜਾਂ ਚੰਦਰਗੁਪਤ ਮੌਰਿਆ ਦੇ ਟਾਈਮ ਦੇ ਵਿੱਚ ਕਿ ਸਾਰਾ ਦਾ ਸਾਰਾ ਜਿਹੜਾ ਉੱਤਰ ਭਾਰਤ ਹੈ ਜਾਂ ਆਪਣਾ ਪੂਰਾ ਇੰਡੀਆ ਉਹ ਲਗਭਗ ਇਹਨਾਂ ਦੇ ਕੰਟਰੋਲ ਦੇ ਵਿੱਚ ਆ ਗਿਆ ਸੀ ਮਗਧ ਦੇ ਵਿੱਚ। ਇਹਨਾਂ ਦੇ ਸਕਸੈਸ ਹੋਣ ਦਾ ਸਭ ਤੋਂ ਮੇਨ ਕਾਰਨ ਜੇ ਦੇਖੀਏ ਤਾਂ ਹਾਥੀ ਵੀ ਆਪਾਂ ਕਹਿ ਸਕਦੇ ਹਾਂ। ਠੀਕ ਹੈ ਨਾ, ਤਾਂ ਇਹ ਯਾਦ ਰੱਖਣਾ ਹੈ, ਕਿਉਂਕਿ ਇਹ ਹਾਥੀ ਆ ਜਿਹੜੇ ਹਿਮਾਲਿਆ, ਕਿਉਂਕਿ ਦੇਖੋ ਮਗਧ ਵਾਲਾ ਜਿਹੜਾ ਏਰੀਆ ਉਹ ਬਿਹਾਰ ਵਾਲੇ ਰੀਜਨ ਦੇ ਵਿੱਚ ਪੈਂਦਾ ਹੈ ਨਾ, ਬਿਹਾਰ ਵਾਲੇ ਰੀਜਨ ਦੇ ਵਿੱਚ ਉੱਥੇ ਉੱਪਰ ਕੀ ਹੈ, ਹਿਮਾਲਿਆ ਸਾਰਾ ਦਾ ਸਾਰਾ। ਠੀਕ ਹੈ, ਉੱਪਰ ਹਿਮਾਲਿਆ ਨੇਪਾਲ ਹੈ ਤੇ ਇੱਕ ਸਾਈਡ ਕੀ ਹੈ ਇਹਨਾਂ ਦੇ ਕਲਿੰਗ ਮਿਲੂਗਾ ਤੁਹਾਨੂੰ ਉੜੀਸਾ। ਇਸ ਏਰੀਆ ਦੇ ਵਿੱਚ ਕੀ ਹੈ, ਉਸ ਤੋਂ ਦੂਜੀ ਸਾਈਡ ਤੁਹਾਨੂੰ ਮਿਲੂਗਾ ਅਸਾਮ। ਇਹ ਅਸਾਮ ਹੋ ਗਿਆ। ਠੀਕ ਹੈ, ਇਹ ਨੇਪਾਲ ਵਾਲਾ ਏਰੀਆ ਹੋ ਗਿਆ ਹਿਮਾਲਿਆ ਦੇ ਥੱਲੇ ਤਰਾਈ ਵਾਲਾ, ਇੱਕ ਸਾਈਡ ਉੜੀਸਾ ਹੋ ਗਿਆ ਹੈ ਨਾ। ਇਸ ਏਰੀਆ ਦੇ ਵਿੱਚ ਕੀ ਹੈ, ਇਹ ਮਗਧ ਸੀਗਾ। ਤਾਂ ਇਹਨਾਂ ਨੂੰ ਕੀ ਹੈ, ਮਤਲਬ ਅੱਜ ਵੀ ਜੇ ਤੁਸੀਂ ਦੇਖੀਏ ਉੜੀਸਾ ਅਸਾਮ ਇਸ ਸਾਈਡ ਹਾਥੀਆਂ ਦੀ ਪਰਮਾਰ ਹੈ। ਤਾਂ ਹੌਲੀ ਹੌਲੀ ਕਰਕੇ ਇਹਨਾਂ ਨੇ ਹਾਥੀਆਂ ਨੂੰ ਆਪਣੀ ਸੈਨਾ ਦੇ ਵਿੱਚ ਕੀ ਹੈ ਇਸਤੇਮਾਲ ਕਰਨਾ ਸ਼ੁਰੂ ਕਰਿਆ ਸੀ ਤੇ ਉਹਦਾ ਬੈਨੀਫਿਟ ਇਹਨਾਂ ਨੂੰ ਬਾਅਦ ਦੇ ਵਿੱਚ ਦੇਖਣ ਨੂੰ ਮਿਲਿਆ। ਇਹਨਾਂ ਦੀ ਸੈਨਾ ਜਿਹੜੀ ਹੌਲੀ ਹੌਲੀ ਕਰਕੇ ਪਾਵਰਫੁਲ ਹੁੰਦੀ ਚਲੀ ਗਈ। ਠੀਕ ਹੈ ਨਾ, ਤਾਂ ਇਹ ਯਾਦ ਰੱਖ ਸਕਦੇ ਹੋ ਤੁਸੀਂ। ਬਾਕੀ ਮਗਧ ਦੇ ਸਭ ਤੋਂ ਪੁਰਾਣੇ ਵੰਸ਼ਾਂ ਦੇ ਵਿੱਚ ਜੇ ਦੇਖੀਏ ਸਭ ਤੋਂ ਪਹਿਲਾਂ ਹਰਿਅੰਕ ਵੰਸ਼ ਆਉਂਦਾ ਹੈ। ਠੀਕ ਹੈ, ਹਰਿਅੰਕ ਵੰਸ਼ ਤੋਂ ਬਾਅਦ ਸ਼ਿਸ਼ੂਨਾਗ ਵੰਸ਼ ਆਉਂਦਾ ਹੈ, ਇਹ ਯਾਦ ਰੱਖਣਾ ਹੈ। ਸ਼ਿਸ਼ੂਨਾਗ ਵੰਸ਼ ਤੋਂ ਬਾਅਦ ਆਉਂਦਾ ਹੈ ਬਈ ਨੰਦ ਵੰਸ਼, ਤੇ ਨੰਦ ਵੰਸ਼ ਤੋਂ ਬਾਅਦ ਆਉਂਦਾ ਹੈ ਮੌਰਿਆ। ਤਾਂ ਇਹ ਯਾਦ ਰੱਖਣਾ ਹੈ ਬਈ ਕਿਹੜਾ ਵੰਸ਼ ਕਿਸ ਤੋਂ ਬਾਅਦ ਆਇਆ। ਠੀਕ ਹੈ, ਨੈਕਸਟ, ਹੇਠ ਲਿਖੇ ਵਿੱਚੋਂ ਕਿਹੜਾ ਸ਼ਾਸਕ ਬੁੱਧ ਦਾ ਸਮਕਾਲੀ ਸੀ। ਸਮਕਾਲੀ ਹੋਣ ਦਾ ਮਤਲਬ ਹੈ ਜਿਹੜਾ ਇੱਕੋ ਟਾਈਮ ਜਿਹੜੇ ਦੋਨੇ ਵਿਅਕਤੀ ਆ ਧਰਤੀ ਦੇ ਉੱਤੇ ਹੈਗੇ ਆ। ਠੀਕ ਹੈ ਨਾ, ਜਿਵੇਂ ਆਪਾਂ ਤੇ ਤੁਸੀਂ ਸਾਰੇ ਕੀ ਹੈ ਸਮਕਾਲੀਨ ਹੈਗੇ ਆ ਇੱਕ ਦੂਜੇ ਦੇ। ਇਹਨਾਂ ਵਿੱਚੋਂ ਬਈ ਬੁੱਧ ਦਾ ਸਮਕਾਲੀਨ ਕਿਹੜਾ ਸੀਗਾ, ਤਾਂ ਇਹਨਾਂ ਵਿੱਚੋਂ ਬੁੱਧ ਦਾ ਸਮਕਾਲੀਨ ਹੈਗਾ ਬਿੰਬੀਸਾਰ। ਠੀਕ ਹੈ, ਬਿੰਬੀਸਾਰ ਜਿਹੜਾ ਰਾਜਾ ਹੈ ਹਰਿਅੰਕ ਵੰਸ਼ ਦਾ ਹੈ ਤੇ ਮਗਧ ਦਾ ਸਭ ਤੋਂ ਪਹਿਲਾ ਵੰਸ਼ ਕਿਹੜਾ ਸੀਗਾ, ਹਰਿਅੰਕ ਵੰਸ਼। ਹਰਿਅੰਕ ਵੰਸ਼, ਠੀਕ ਹੈ, ਹਰਿਅੰਕ ਵੰਸ਼ ਦਾ ਸਭ ਤੋਂ ਪਹਿਲਾ ਰਾਜਾ ਮੰਨਿਆ ਜਾਂਦਾ ਹੈ, ਬਿੰਬੀਸਾਰ ਨੂੰ ਸੰਸਥਾਪਕ ਮੰਨਿਆ ਜਾਂਦਾ ਹੈ। ਤੇ ਇਹਦੇ ਟਾਈਮ ਦੇ ਵਿੱਚ ਗੌਤਮ ਬੁੱਧ ਵੀ ਸੀਗੇ ਤੇ ਮਹਾਵੀਰ ਜੈਨ ਵੀ ਸੀਗੇ, ਦੋਹਾਂ ਦੇ ਸਮਕਾਲੀਨ ਹੈ। ਮਹਾਵੀਰ ਜੈਨ ਤੇ ਗੌਤਮ ਬੁੱਧ ਦੋਹਾਂ ਦਾ ਸਮਕਾਲੀਨ ਸੀਗਾ ਬਿੰਬੀਸਾਰ। ਠੀਕ ਹੈ, ਤੇ ਬਿੰਬੀਸਾਰ ਬਾਰੇ ਆਪਾਂ ਨੇ ਪੜਿਆ, ਬਿੰਬੀਸਾਰ ਨੂੰ ਉਹਦੇ ਪੁੱਤਰ ਅਜਾਤਸ਼ਤਰੂ ਨੇ ਮਾਰਤਾ ਸੀ। ਨੈਕਸਟ ਆ ਜਾਓ, ਯੂਨਾਨੀ ਰਾਜਦੂਤ ਮੈਗਸਥਨੀਜ਼ ਨੇ ਹੇਠ ਲਿਖੇ ਸ਼ਾਸਕਾਂ ਵਿੱਚੋਂ ਕਿਸ ਦੇ ਦਰਬਾਰ ਦੇ ਵਿੱਚ ਸੀ। ਠੀਕ ਹੈ ਨਾ, ਮਤਲਬ ਯੂਨਾਨੀ ਰਾਜਦੂਤ ਹੈ ਜਿਹੜਾ ਮੈਗਸਥਨੀਜ਼, ਉਹ ਹੇਠ ਲਿਖੇ ਰਾਜਾ ਦੇ ਵਿੱਚੋਂ ਕਿਸ ਦੇ ਦਰਬਾਰ ਦੇ ਵਿੱਚ ਸੀ। ਤਾਂ ਇਹਦਾ ਫਿਰ ਰਾਈਟ ਆਨਸਰ ਕੀ ਹੋ ਜਾਊਗਾ, ਇਹਦਾ ਰਾਈਟ ਆਨਸਰ ਹੋ ਜਾਊਗਾ ਬੀ, ਚੰਦਰਗੁਪਤ ਮੌਰਿਆ। ਚੰਦਰਗੁਪਤ ਮੌਰਿਆ। ਠੀਕ ਹੈ, ਮੈਗਸਥਨੀਜ਼ ਨੇ ਇੱਕ ਬੁੱਕ ਵੀ ਲਿਖੀ ਸੀ, ਇਹ ਵੀ ਯਾਦ ਰੱਖਣਾ ਹੈ। ਮੈਗਸਥਨੀਜ਼ ਨੇ ਇੱਕ ਬੁੱਕ ਲਿਖੀ ਸੀ ਇੰਡੀਕਾ। ਠੀਕ ਹੈ, ਮੈਗਸਥਨੀਜ਼ ਨੇ ਕਿਹੜੀ ਬੁੱਕ ਲਿਖੀ ਸੀ, ਇੰਡੀਕਾ। ਤੇ ਇੰਡੀਕਾ ਦੇ ਵਿੱਚ ਇਸ ਨੇ ਕਿਹਾ ਸੀ ਕਿ ਇੰਡੀਆ ਦੇ ਵਿੱਚ ਹਨਾ, ਇੰਡੀਆ ਦੇ ਵਿੱਚ 7 ਕਾਸਟਾਂ ਜਾਂ 7 ਜਾਤੀਆਂ ਨੇ। ਇਹਨੇ ਭਾਰਤੀ ਸਮਾਜ ਨੂੰ 7 ਹਿੱਸਿਆਂ ਦੇ ਵਿੱਚ ਵੰਡਿਆ ਸੀ। ਇਹ ਕੁਐਸਚਨ ਪਹਿਲਾਂ ਪੁੱਛਿਆ ਜਾ ਚੁੱਕਿਆ ਹੈ ਕਈ ਵਾਰ ਐਗਜ਼ਾਮ ਦੇ ਵਿੱਚ ਕਿ ਮੈਗਸਥਨੀਜ਼ ਦੇ ਅਨੁਸਾਰ ਭਾਰਤ ਸਮਾਜ ਕਿੰਨੇ ਹਿੱਸਿਆਂ ਵਿੱਚ ਵੰਡਿਆ ਹੋਇਆ ਸੀਗਾ। ਤਾਂ ਮੈਗਸਥਨੀਜ਼ ਨੇ ਆਪਣੀ ਬੁੱਕ ਲਿਖੀ ਸੀ ਇੰਡੀਕਾ। ਇੰਡੀਕਾ ਦੇ ਵਿੱਚ ਲਿਖਿਆ ਹੋਇਆ ਕਿ ਭਾਰਤ ਦਾ ਜਿਹੜਾ ਸਮਾਜ ਹੈ ਉਹਦੇ ਵਿੱਚ 7 ਜਾਤੀਆਂ ਨੇ, 7 ਹਿੱਸਿਆਂ ਦੇ ਵਿੱਚ ਉਹਨੇ ਭਾਰਤੀ ਸਮਾਜ ਨੂੰ ਡਿਵਾਈਡ ਕਰਿਆ ਹੋਇਆ। ਨੈਕਸਟ, ਸੰਗਮ ਸਾਹਿਤਯ ਦੇ ਸਰਪ੍ਰਸਤ ਕੌਣ ਸਨ। ਠੀਕ ਹੈ, ਸੰਗਮ ਸਾਹਿਤਯ ਦੇ ਸਰਪ੍ਰਸਤ ਕੌਣ ਸਨ। ਹੁਣ ਇਹ ਵਰਡ ਹੈ ਜਿਹੜਾ ਸੰਗਮ, ਇਹਦਾ ਮਤਲਬ ਹੁੰਦਾ ਇਕੱਠਾ ਹੋਣਾ। ਸੰਗਮ ਵਰਡ ਦਾ ਮਤਲਬ ਹੁੰਦਾ ਇਕੱਠਾ ਹੋਣਾ। ਤੇ ਸਾਊਥ ਦੇ ਵਿੱਚ ਕੀ ਹੈ, ਆਪਣੇ ਦੱਖਣ ਭਾਰਤ ਦੇ ਵਿੱਚ ਕਾਫੀ ਸਾਰੇ
ਵੰਸ਼ ਉੱਤੇ ਹੋਏ ਆ, ਚੋਲ ਵੰਸ਼, ਪਾਂਡਿਆ ਵੰਸ਼, ਚੇਰ ਵੰਸ਼, ਹਨਾ ਕਾਫੀ ਸਾਰੇ ਵੰਸ਼ ਹੋਏ ਆ। ਤੇ ਉਹਨਾਂ ਦੇ ਵਿੱਚੋਂ ਇੱਕ ਵੰਸ਼ ਸੀਗਾ ਬਈ ਪਾਂਡਿਆ ਵੰਸ਼। ਕੌਣ ਸਾ ਵੰਸ਼ ਸੀਗਾ? ਪਾਂਡਿਆ ਵੰਸ਼। ਪਾਂਡਿਆ ਵੰਸ਼ ਵਾਲੇ ਕੀ ਕਰਦੇ ਸੀਗੇ? ਪਾਂਡਿਆ ਵੰਸ਼ ਵਾਲੇ ਸਾਰੇ ਵਿਦਵਾਨਾਂ ਨੂੰ ਤਾਮਿਲ ਭਾਸ਼ਾ ਦੇ, ਮੇਨਲੀ ਤਾਮਿਲ ਭਾਸ਼ਾ ਯਾਦ ਰੱਖਣਾ ਹੈ, ਸੰਗਮ ਜਿਹੜਾ ਸਾਹਿਤ ਹੈ ਉਹ ਤਾਮਿਲ ਭਾਸ਼ਾ ਦੀ ਗੱਲ ਹੋ ਰਹੀ ਹੈ। ਪਾਂਡਿਆ ਵੰਸ਼ ਵਾਲੇ ਕੀ ਕਰਦੇ ਸੀਗੇ? ਤਾਮਿਲ ਭਾਸ਼ਾ ਦੇ ਸਾਰੇ ਵਿਦਵਾਨਾਂ ਨੂੰ, ਤੇ ਇਸ ਤੋਂ ਇਲਾਵਾ ਹੋਰ ਜਿਹੜੇ ਵੀ ਮਤਲਬ ਹੋਰ ਭਾਸ਼ਾ ਦੇ ਵਿਦਵਾਨ ਵੀ ਹੁੰਦੇ ਸੀਗੇ, ਮੇਨਲੀ ਤਾਮਿਲ ਹੁੰਦੇ ਸੀਗੇ ਬਟ ਠੀਕ ਹੈ, ਸੰਸਕ੍ਰਿਤ ਵੀ ਸੀਗੀ, ਤੇਲਗੂ ਵੀ ਸੀ, ਸਾਰੀ ਭਾਸ਼ਾ ਦੇ ਵਿਦਵਾਨਾਂ ਨੂੰ ਇਕੱਠਾ ਕਰਦੇ ਸੀ ਇੱਕ ਜਗ੍ਹਾ ਦੇ ਉੱਤੇ, ਤੇ ਉੱਥੇ ਮੀਟਿੰਗ ਹੁੰਦੀ ਸੀ, ਕਾਫੀ ਦਿਨ ਇਹ ਚੱਲਦਾ ਸੀਗਾ ਸਮਾਗਮ ਹੈ ਜਿਹੜਾ। ਉੱਥੇ ਸਾਰੇ ਰਾਈਟਰ ਵਗੈਰਾ ਜਿਹੜੇ ਆਪਣੀ ਬੁੱਕਸ ਵਗੈਰਾ, ਗ੍ਰੰਥ ਵਗੈਰਾ ਜਿਹੜੇ ਲਿਖਦੇ ਸੀਗੇ, ਠੀਕ ਹੈ। ਤਾਂ ਅਜਿਹੇ ਤਿੰਨ ਇਕੱਠ ਹੋਏ ਨੇ, ਉਹਨਾਂ ਨੂੰ ਸੰਗਮ ਕਿਹਾ ਜਾਂਦਾ, ਪਹਿਲਾ ਸੰਗਮ, ਦੂਜਾ ਸੰਗਮ, ਤੀਜਾ ਸੰਗਮ। ਤਾਂ ਅਜਿਹੇ ਕਿਤਨੇ ਸੰਗਮ ਹੋਏ ਨੇ? ਟੋਟਲ 3 ਸੰਗਮ ਹੋਏ ਨੇ। ਸੰਗਮ ਸਮਝ ਗਏ ਨਾ ਤੁਸੀਂ? ਤਾਮਿਲ ਭਾਸ਼ਾ ਦੇ, ਮੇਨਲੀ ਤਾਮਿਲ ਭਾਸ਼ਾ ਤੇ ਹੋਰ ਭਾਸ਼ਾ ਦੇ ਵਿਦਵਾਨ ਹੈ ਜਿਹੜੇ ਉਹ ਇਕੱਠੇ ਹੋ ਰਹੇ ਆ ਪਾਂਡਿਅਨ ਰਾਜਿਆਂ ਦੀ ਦੇਖ ਰੇਖ ਦੇ ਵਿੱਚ। ਪਾਂਡਿਅਨ ਰਾਜਾ ਇਹ ਸਾਰਾ ਸਮਾਗਮ ਕਰਾਉਂਦੇ ਸੀਗੇ। 3 ਵਾਰ ਇਹ ਹੋਏ ਆ, ਤਿੰਨੋਂ ਵਾਰ ਅਲੱਗ-ਅਲੱਗ ਥਾਵਾਂ ਤੇ ਹੋਏ ਆ, ਮਤਲਬ ਅਲੱਗ-ਅਲੱਗ ਥਾਂ ਤੇ ਹੁੰਦੇ ਸੀਗੇ, ਤੇ ਅਲੱਗ-ਅਲੱਗ ਬੁੱਕਸ ਵਗੈਰਾ, ਗ੍ਰੰਥ ਵਗੈਰਾ ਜਿਹੜੇ ਲਿਖੇ ਜਾਂਦੇ ਸੀਗੇ, ਠੀਕ ਹੈ। ਤਾਂ 3 ਸੰਗਮ ਹੋਏ ਆ। ਜੇ ਆਪਾਂ ਗੱਲ ਕਰੀਏ ਬਈ ਸਾਰੇ ਸੰਗਮਾਂ ਨੂੰ ਆਪਾਂ ਦੇਖੀਏ, ਪਹਿਲੇ ਵਾਲਾ ਸੰਗਮ ਹੈ ਜਿਹੜਾ ਉਹ ਹੋਇਆ ਮਦੁਰਈ ਦੇ ਵਿੱਚ, ਠੀਕ ਹੈ, ਮਦੁਰਈ ਦੇ ਵਿੱਚ। ਦੂਜੇ ਵਾਲਾ ਜਿਹੜਾ ਹੋਇਆ ਉਹ ਕਪਾਟਪੁਰਮ ਦੇ ਵਿੱਚ ਹੋਇਆ, ਕਪਾਟਪੁਰਮ। ਤੇ ਤੀਜੇ ਵਾਲਾ ਜਿਹੜਾ ਹੋਇਆ ਉਹ ਦੁਬਾਰੇ ਫੇਰ ਮਦੁਰਈ ਦੇ ਵਿੱਚ ਹੋਇਆ। ਇਸ ਸੰਗਮ ਦੇ ਵਿੱਚ ਚੇਅਰਮੈਨ ਕੌਣ ਸੀਗਾ? ਇਸ ਸੰਗਮ ਦੇ ਵਿੱਚ ਚੇਅਰਮੈਨ ਸੀਗਾ ਬਈ, ਯਾਦ ਰੱਖਣਾ ਹੈ, ਕੁਐਸਚਨ ਬਹੁਤ ਵਾਰ ਆਉਂਦਾ, ऋषि अगस्त्य। ऋषि अगस्त्य, ठीक है। ਇਸ ਦੇ ਵਿੱਚ ਵੀ ऋषि अगस्त ਸੀਗਾ, ਦੂਜੇ ਦੇ ਵਿੱਚ। ਤੀਜੇ ਵਾਲੇ ਦੇ ਵਿੱਚ ਸੀਗਾ ऋषि ਨਕੀਰਾਰ, ਨਕੀਰਾਰ। ਇਹ ਯਾਦ ਰੱਖਣਾ ਹੈ ਬਈ। 3 ਸੰਗਮ ਹੋਏ ਆ, ਪਹਿਲੇ ਵਾਲਾ ਮਦੁਰਈ, ਦੂਜੇ ਵਾਲਾ ਕਪਾਟਪੁਰਮ, ਤੀਜੇ ਵਾਲਾ ਫੇਰ ਮਦੁਰਈ ਦੇ ਵਿੱਚ ਹੋਇਆ ਸੀ। ਪਹਿਲੇ ਵਾਲੇ ਦਾ ਚੇਅਰਮੈਨ ਸੀਗਾ ऋषि अगस्त, ਤੇ ਦੂਜੇ ਵਾਲੇ ਦਾ ਵੀ ऋषि अगस्त, ਤੇ ਤੀਜੇ ਵਾਲੇ ਦਾ ਸੀਗਾ ਬਈ ऋषि ਨਕੀਰਾਰ। ਓਕੇ, ਹੁਣ ਆ ਜਾਓ ਨੈਕਸਟ ਪ੍ਰਸ਼ਨ ਦੇ ਵਿੱਚ। ਸਭ ਤੋਂ ਵੱਧ ਬੋਧੀ ਗ੍ਰੰਥ ਕਿਸ ਭਾਸ਼ਾ ਦੇ ਵਿੱਚ ਲਿਖੇ ਗਏ ਹਨ? ਤਾਂ ਸਭ ਤੋਂ ਵੱਧ ਜਿਹੜੇ ਬੋਧੀ ਗ੍ਰੰਥ ਹੈ, ਬੌਧ ਧਰਮ ਦੇ ਜਿਹੜੇ ਗ੍ਰੰਥ ਹੈ, ਉਹ ਪਾਲੀ ਭਾਸ਼ਾ ਦੇ ਵਿੱਚ ਲਿਖੇ ਗਏ ਹੈ। ਯਾਦ ਰੱਖਣਾ ਹੈ, ਪਾਲੀ ਭਾਸ਼ਾ ਦੇ ਵਿੱਚ ਲਿਖੇ ਗਏ ਹੈ। ਬੌਧ ਧਰਮ ਦੇ ਜਿਹੜੇ ਗ੍ਰੰਥ ਹੁੰਦੇ ਆ, ਇਹਨਾਂ ਨੂੰ ਆਪਾਂ ਕਹਿੰਦੇ ਆ ਤ੍ਰਿਪਿਟਕ। ਕੀ ਕਹਿੰਦੇ ਆ ਇਹਨਾਂ ਨੂੰ? ਤ੍ਰਿਪਿਟਕ ਕਹਿੰਦੇ ਆ। ਓਕੇ, ਇਸ ਤੋਂ ਇਲਾਵਾ ਟੋਟਲ ਕਿੰਨੇ ਤ੍ਰਿਪਿਟਕ ਹੈ? ਟੋਟਲ 3 ਤ੍ਰਿਪਿਟਕ ਹੈ। ਕਿਹੜੇ ਕਿਹੜੇ? ਸੁੱਤ ਪਿਟਕ, ਠੀਕ ਹੈ ਜੀ, ਵਿਨੇ ਪਿਟਕ, ਤੇ ਇਸ ਤੋਂ ਬਾਅਦ ਤੁਸੀਂ ਲਿਖ ਸਕਦੇ ਹੋ ਅਭਿਧੰਮ ਪਿਟਕ। ਅਭਿਧੰਮ ਪਿਟਕ, ਇਹ 3 ਪਿਟਕ ਹੋਏ। ਤੇ ਜੇ ਤੁਹਾਨੂੰ ਵਿਨੇ ਹੈਗਾ ਇਹ, ਠੀਕ ਹੈ, ਵਿਨੇ ਪਿਟਕ, ਵਿਜੇ ਨਹੀਂ ਵਿਨੇ। ਜੇ ਤੁਹਾਨੂੰ ਕੁਐਸਚਨ ਆਵੇ ਕਿ ਗੌਤਮ ਬੁੱਧ ਦੇ ਜਿਹੜੇ ਉਪਦੇਸ਼ ਹੈ ਹਨਾ, ਗੌਤਮ ਬੁੱਧ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਉਪਦੇਸ਼ ਦਿੱਤੇ ਆ, ਉਹ ਸਾਰੇ ਉਪਦੇਸ਼ ਕਿਹੜੇ ਗ੍ਰੰਥ ਦੇ ਵਿੱਚ ਲਿਖੇ ਹੋਏ ਆ? ਤਾਂ ਉਹ ਲਿਖੇ ਹੋਏ ਆ ਸੁੱਤ ਪਿਟਕ ਤੇ। ਓਕੇ, ਸੁੱਤ ਪਿਟਕ ਦੇ ਵਿੱਚ ਲਿਖੇ ਹੋਏ ਆ। ਓਕੇ ਬਈ, ਨੈਕਸਟ ਪ੍ਰਸ਼ਨ ਤੇ ਆ ਜਾਓ ਫਿਰ। ਵਿਕਰਮਸ਼ਿਲਾ ਯੂਨੀਵਰਸਿਟੀ ਦੀ ਸਥਾਪਨਾ ਕਿਹਨੇ ਕੀਤੀ ਹੈ? ਬਹੁਤ ਬੇਸਿਕ ਜਿਹਾ ਸਿੰਪਲ ਜਿਹਾ ਕੁਐਸਚਨ ਹੈ, ਬਹੁਤ ਵਾਰ ਐਗਜ਼ਾਮ ਦੇ ਵਿੱਚ ਇਹ ਆਇਆ ਹੋਇਆ। ਵਿਕਰਮਸ਼ਿਲਾ ਯੂਨੀਵਰਸਿਟੀ ਹੈ ਜਿਹੜੀ, ਉਹ ਬਣਾਈ ਹੈ ਧਰਮਪਾਲ ਨੇ। ਧਰਮਪਾਲ ਨੇ। ਇਹ ਪਾਲ ਵੰਸ਼ ਦਾ ਰਾਜਾ ਸੀਗਾ ਬਈ, ਪਾਲ ਵੰਸ਼ ਦਾ ਰਾਜਾ ਸੀਗਾ ਧਰਮਪਾਲ, ਇਹਨੇ ਬਣਾਈ ਹੈ। ਤੇ ਇਹ ਪਾਲ ਵੰਸ਼ ਹੈ ਜਿਹੜਾ, ਇਹ ਬੰਗਾਲ ਦੇ ਏਰੀਆ ਦੇ ਉੱਤੇ ਰੂਲ ਕਰਦਾ ਸੀਗਾ, ਠੀਕ ਹੈ। ਪਾਲ ਵੰਸ਼, ਇਹਨਾਂ ਦਾ ਇੱਕ ਰਾਜਾ ਸੀਗਾ ਧਰਮਪਾਲ, ਇਹਨੇ ਵਿਕਰਮਸ਼ਿਲਾ ਯੂਨੀਵਰਸਿਟੀ ਬਣਾਈ ਸੀਗੀ। ਵਿਕਰਮਸ਼ਿਲਾ ਯੂਨੀਵਰਸਿਟੀ ਤੁਹਾਨੂੰ ਕਿੱਥੇ ਮਿਲੂਗੀ? ਬਿਹਾਰ ਦੇ ਵਿੱਚ। ਸੁਪਰ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਓਕੇ, ਤੇ ਇਸ ਪਾਲ ਵੰਸ਼ ਦਾ ਸੰਸਥਾਪਕ, ਫਾਊਂਡਰ ਗੋਪਾਲ ਸੀ, ਠੀਕ ਹੈ, ਇਹ ਵੀ ਯਾਦ ਰੱਖ ਸਕਦੇ ਹੋ। ਨੈਕਸਟ ਆ ਜਾਓ ਬਾਈ। ਰਵੀ ਕੀਰਤੀ, ਹੈ ਨਾ, ਰਵੀ ਕੀਰਤੀ ਇੱਕ ਜੈਨ, ਰਵੀ ਕੀਰਤੀ ਇੱਕ ਜੈਨ ਸੀਗਾ ਬਈ, ਜਿਸ ਨੇ ਆਈਹੋਲ ਪ੍ਰਸ਼ਸਤੀ ਦੀ ਰਚਨਾ ਕੀਤੀ। ਇਸ ਨੂੰ ਕਿਸ ਰਾਜੇ ਦੁਆਰਾ ਸਰਪ੍ਰਸਤੀ ਦਿੱਤੀ ਗਈ ਸੀ? ਥੋੜੀ ਲੈਂਗੁਏਜ ਜਿਹੜੀ ਔਖੀ ਹੋਗੀ, ਮੈਂ ਤੁਹਾਨੂੰ ਸਿੰਪਲ ਭਾਸ਼ਾ ਦੇ ਵਿੱਚ ਦੱਸ ਰਿਹਾ ਕਿ ਕੋਈ ਰਵੀ ਕੀਰਤੀ ਨਾਂ ਦਾ ਇੱਕ ਵਿਦਵਾਨ ਸੀਗਾ, ਜੈਨ ਵਿਦਵਾਨ ਸੀਗਾ, ਇਹਨੇ ਇੱਕ ਆਈਹੋਲ ਪ੍ਰਸ਼ਸਤੀ ਦੀ ਰਚਨਾ ਕੀਤੀ ਹੈ। ਆਈਹੋਲ ਪ੍ਰਸ਼ਸਤੀ ਇੱਕ ਅਭਿਲੇਖ ਹੈ, ਠੀਕ ਹੈ, ਉਹ ਇਹਨੇ ਲਿਖਿਆ
ਤਾਂ ਇਹ ਕਿਹੜੇ ਰਾਜੇ ਦੇ ਦਰਬਾਰ ਦੇ ਵਿੱਚ ਰਹਿੰਦਾ ਸੀ? ਰਵੀ ਕੀਰਤੀ। ਬੜਾ ਸਿੰਪਲ ਜਿਹਾ ਕੁਐਸਚਨ ਹੈ ਤੇ ਬਹੁਤ ਇੰਪੋਰਟੈਂਟ ਹੈ। ਇਹਦਾ ਰਾਈਟ ਆਨਸਰ ਹੋ ਜਾਊਗਾ ਪੁਲਕੇਸ਼ਨ ਦੂਜਾ। ਇਹ ਦੂਜਾ ਵੀ ਨਾਲ ਯਾਦ ਰੱਖਣਾ ਹੈ। ਪੁਲਕੇਸ਼ਨ ਵੀ ਕਈ ਹੋਏ ਆ, ਇੱਕ ਪੁਲਕੇਸ਼ਨ ਪਹਿਲੇ ਵਾਲਾ ਹੋਇਆ, ਇੱਕ ਦੂਜੇ ਵਾਲਾ ਹੋਇਆ। ਤਾਂ ਪੁਲਕੇਸ਼ਨ ਦੂਜਾ ਜਿਹੜਾ ਇਹ ਚਾਲੁਕਿਆ ਵੰਸ਼ ਦਾ ਰਾਜਾ ਸੀਗਾ। ਚਾਲੁਕਿਆ ਵੰਸ਼ ਦਾ ਰਾਜਾ ਸੀਗਾ ਇਹ, ਚਾਲੁਕਿਆ ਵੰਸ਼ ਦਾ ਰਾਜਾ। ਠੀਕ ਹੈ, ਚਾਲੁਕਿਆ ਵੀ ਕਈ ਤਰ੍ਹਾਂ ਦੇ ਹੋਏ ਆ, ਮਤਲਬ ਕਈ ਚਾਲੁਕਿਆ ਹੋਏ ਆ, ਮਤਲਬ ਜਿਵੇਂ ਵਤਾਪੀ ਵਾਲੇ ਚਾਲੁਕਿਆ ਅਲੱਗ ਸੀਗੇ, ਬਦਾਮੀ ਵਾਲੇ ਚਾਲੁਕਿਆ ਅਲੱਗ ਹੈ ਤੇ ਵਿੰਗੀ ਦੇ ਚਾਲੁਕਿਆ ਅਲੱਗ ਹੈ। ਇਹ ਏਰੀਏ ਦੇ ਹਿਸਾਬ ਨਾਲ ਹੈ ਨਾ, ਜਿਹੜੇ ਵਤਾਪੀ ਦੇ ਏਰੀਏ ਦੇ ਉੱਤੇ ਰੂਲ ਕਰ ਰਹੇ ਚਾਲੁਕਿਆ, ਉਹਨੂੰ ਆਪਾਂ ਵਤਾਪੀ ਵਾਲੇ ਚਾਲੁਕਿਆ ਕਹਿੰਦੇ ਆ। ਠੀਕ ਹੈ, ਏਦਾਂ ਕਰਕੇ। ਤਾਂ ਇਹ ਜਿਹੜੇ ਚਾਲੁਕਿਆ ਸੀਗੇ ਇਹ ਵਤਾਪੀ ਵਾਲੇ ਸੀਗੇ, ਵਤਾਪੀ। ਤਾਂ ਵਤਾਪੀ ਦੇ ਚਾਲੁਕਿਆ ਵੰਸ਼ ਦਾ ਇੱਕ ਰਾਜਾ ਸੀਗਾ ਪੁਲਕੇਸ਼ਨ ਦੂਜਾ। ਉਹਦੇ ਦਰਬਾਰ ਦੇ ਵਿੱਚ ਇੱਕ ਵਿਅਕਤੀ ਰਹਿੰਦਾ ਸੀਗਾ ਜਿਹਦਾ ਨਾਮ ਸੀਗਾ ਰਵੀ ਕੀਰਤੀ। ਇਹੀ ਇਹਦਾ ਰਾਜ ਕਵੀ ਸੀ। ਰਵੀ ਕੀਰਤੀ ਹੀ ਇਹਦਾ ਰਾਜ ਕਵੀ ਸੀ ਬਈ, ਇਹ ਵੀ ਤੁਸੀਂ ਯਾਦ ਰੱਖੋ। ਠੀਕ ਹੈ, ਇਸ ਰਾਜ ਕਵੀ ਨੇ ਇੱਕ ਅਭਿਲੇਖ ਲਿਖਿਆ ਅਹੋਲ ਪ੍ਰਸ਼ਸਤੀ। ਤੇ ਇਹਦੇ ਤੋਂ ਸਾਨੂੰ ਅਹੋਲ ਪ੍ਰਸ਼ਸਤੀ ਤੋਂ ਹੀ ਪਤਾ ਲੱਗਦਾ ਹੈ ਕਿ ਨਰਮਦਾ ਨਦੀ ਦੇ ਕਿਨਾਰੇ ਪੁਲਕੇਸ਼ਨ ਤੇ ਹਰਸ਼ਵਰਧਨ ਵਿਚਕਾਰ ਯੁੱਧ ਹੋਇਆ ਸੀ। ਹਰਸ਼ਵਰਧਨ ਵਿਚਕਾਰ ਯੁੱਧ ਹੋਇਆ ਸੀ, ਜਿਹਦੇ ਵਿੱਚ ਪੁਲਕੇਸ਼ਨ ਸੈਕਿੰਡ ਹੈ ਜਿਹੜਾ ਉਹ ਜਿੱਤਿਆ ਸੀ, ਹਰਸ਼ਵਰਧਨ ਹੈ ਜਿਹੜਾ ਹਾਰਿਆ ਸੀ। ਠੀਕ ਹੈ, ਤਾਂ ਇਹ ਵੀ ਕੁਐਸਚਨ ਆ ਜਾਂਦਾ ਹੈ ਕਿ ਪੁਲਕੇਸ਼ਨ ਤੇ ਹਰਸ਼ਵਰਧਨ ਵਿਚਕਾਰ ਨਰਮਦਾ ਨਦੀ ਦੇ ਕਿਨਾਰੇ ਜਿਹੜਾ ਯੁੱਧ ਹੋਇਆ ਸੀ ਉਹਦੀ ਜਾਣਕਾਰੀ ਸਾਨੂੰ ਕਿਹੜੇ ਅਭਿਲੇਖ ਤੋਂ ਮਿਲਦੀ ਹੈ? ਅਹੋਲ ਅਭਿਲੇਖ ਤੋਂ ਮਿਲਦੀ ਹੈ। ਅਹੋਲ ਅਭਿਲੇਖ ਕਿਹਨੇ ਲਿਖਿਆ? ਇਹ ਲਿਖਿਆ ਰਵੀ ਕੀਰਤੀ ਨੇ। ਰਵੀ ਕੀਰਤੀ ਕੌਣ ਹੈ? ਰਵੀ ਕੀਰਤੀ ਬਈ ਪੁਲਕੇਸ਼ਨ ਦਾ ਰਾਜ ਕਵੀ ਹੈ। ਠੀਕ ਹੈ, ਇਹ ਸਾਰੇ ਪੁਆਇੰਟ ਹੈ ਜਿਹੜੇ ਤੁਸੀਂ ਯਾਦ ਰੱਖਣੇ। ਨੈਕਸਟ ਆ ਜਾਓ ਬਈ। ਭਾਰਤ ਸਰਕਾਰ ਦੇ ਪ੍ਰਤੀਕ ਵਿੱਚ ਮੌਰਿਆ ਵੰਸ਼ ਦੁਆਰਾ ਇਹਨਾਂ ਵਿੱਚੋਂ ਕਿਸ ਨੂੰ ਅਪਣਾਇਆ ਨਹੀਂ ਗਿਆ ਸੀ? ਨਹੀਂ ਉਹਨਾਂ ਨੇ ਪੁੱਛਿਆ ਬਈ, ਯਾਦ ਰੱਖਣਾ ਹੈ। ਠੀਕ ਹੈ, ਨਹੀਂ ਪੁੱਛਿਆ। ਤਾਂ ਇਹ ਚਾਰ ਆਪਸ਼ਨ ਦੇ ਹੋਏ ਆ, ਸਤਯਮੇਵ ਜਯਤੇ, ਬੁੱਲ, ਹੋਰਸ ਤੇ ਚਾਰ ਸ਼ੇਰ। ਤਾਂ ਆਪਾਂ ਨੇ ਸਾਰਾ ਕੁਝ ਲਿਆ ਹੋਇਆ, ਬਸ ਇਹ ਯਾਦ ਰੱਖਣਾ ਹੈ ਕਿ ਜਿਹੜਾ ਸਤਯਮੇਵ ਜਯਤੇ ਹੈ ਹਨਾ, ਸਤਯਮੇਵ ਜਯਤੇ ਨਹੀਂ ਆਪਾਂ ਨੇ ਲਿਆ ਮੌਰਿਆ ਵੰਸ਼ ਤੋਂ, ਇਹ ਵੀ ਆਪਾਂ ਨੇ ਮੌਰਿਆ ਵੰਸ਼ ਤੋਂ ਲਿਆ। ਇਹ ਚਲੋ ਸਾਰਾ ਆਪਾਂ ਮੰਨ ਲੈਂਦੇ ਆ ਮੌਰਿਆ ਵੰਸ਼ ਦੀ ਦੇਣ ਹੈ, ਬਟ ਜਿਹੜਾ ਸਤਯਮੇਵ ਜਯਤੇ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੁੰਡਕ ਉਪਨਿਸ਼ਦ ਦੇ ਵਿੱਚੋਂ ਲਿਆ ਆਪਾਂ ਨੇ। ਮੁੰਡਕ ਉਪਨਿਸ਼ਦ। ਠੀਕ ਹੈ ਨਾ, ਯਾਦ ਰੱਖਣਾ ਹੈ। ਬਹੁਤ ਸਾਰੇ ਧਾਰਮਿਕ ਗ੍ਰੰਥ ਹੈ, ਬਹੁਤ ਸਾਰੇ ਉਪਨਿਸ਼ਦ ਲਿਖੇ ਹੋਏ ਆ। ਤਾਂ ਉਹਨਾਂ ਸਾਰੇ ਉਪਨਿਸ਼ਦਾਂ ਵਿੱਚੋਂ, ਉਪਨਿਸ਼ਦ ਇੱਕ ਤਰ੍ਹਾਂ ਦੇ ਧਾਰਮਿਕ ਗ੍ਰੰਥ ਹੁੰਦਾ, ਜਿਵੇਂ ਵੇਦ ਹੋ ਗਏ, ਪੁਰਾਣ ਹੋ ਗਏ ਹਨਾ, ਏਦਾਂ ਹੀ ਉਪਨਿਸ਼ਦ ਵੀ ਇੱਕ ਧਾਰਮਿਕ ਗ੍ਰੰਥ ਹੁੰਦੇ ਆ। ਉਹਨਾਂ ਸਾਰੇ ਉਪਨਿਸ਼ਦਾਂ ਦੇ ਵਿੱਚੋਂ ਇੱਕ ਉਪਨਿਸ਼ਦ ਹੈਗਾ ਮੁੰਡਕ ਉਪਨਿਸ਼ਦ। ਉਹਦੇ ਵਿੱਚੋਂ ਆਪਾਂ ਨੇ ਲਿਆ ਸਤਯਮੇਵ ਜਯਤੇ, ਯਾਨੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਨੈਕਸਟ ਆ ਜਾਓ ਬਾਈ। ਤੇਲਗੂ ਰਚਨਾ ਅਮੁਕਤਮਾਲਿਆਦ ਦਾ ਲੇਖਕ ਕੌਣ ਸੀ? ਠੀਕ ਹੈ, ਹਾਲਾਂਕਿ ਇਹ ਮਾਡਰਨ ਹਿਸਟਰੀ ਦਾ ਮੈਡੀਵਲ ਹਿਸਟਰੀ ਦਾ ਕੁਐਸਚਨ ਹੈ ਹਨਾ। ਚਲੋ ਕੋਈ ਨਹੀਂ, ਆਪਾਂ ਪ੍ਰਾਚੀਨ ਦੇ ਵਿੱਚ ਪੜ੍ਹ ਲਾਂਗੇ, ਹਿਸਟਰੀ ਦਾ ਕੁਐਸਚਨ ਹੈ ਹਨਾ। ਤਾਂ ਅਮੁਕਤਮਾਲਿਆਦ ਬੁੱਕ ਹੈ ਜਿਹੜੀ ਉਹ ਲਿਖੀ ਹੈ ਵਿਜੇਨਗਰ ਸਾਮਰਾਜ ਦੇ ਵਿੱਚ ਇੱਕ ਬਹੁਤ ਮਹਾਨ ਰਾਜਾ ਹੋਇਆ। ਭਾਰਤ ਦੇ ਜਿਹੜੇ ਮਹਾਨ ਰਾਜੇ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਰਾਜਾ ਹੈ ਕ੍ਰਿਸ਼ਨ ਦੇਵ ਰਾਏ। ਠੀਕ ਹੈ, ਕ੍ਰਿਸ਼ਨ ਦੇਵ ਰਾਏ ਵਿਜੇਨਗਰ ਸਾਮਰਾज्य ਦੇ ਵਿੱਚ ਇੱਕ ਵੰਸ਼ ਹੋਇਆ। ਵੰਸ਼ ਦਾ ਨਾਂ ਕੀ ਹੈ? ਤੁਲੂਵ ਵੰਸ਼। ਤੁਲੂਵ ਵੰਸ਼। ਠੀਕ ਹੈ ਨਾ, ਤੁਲੂਵ ਵੰਸ਼ ਦੇ ਵਿੱਚ ਇਸ ਰਾਜੇ ਦਾ ਜਨਮ ਹੋਇਆ ਸੀ। ਵਿਜੇਨਗਰ ਸਾਮਰਾਜ ਅੱਜ ਦਾ ਜਿਹੜਾ ਆਪਾਂ ਕਰਨਾਟਕ ਦੇਖਦੇ ਆ ਨਾ, ਮੇਨਲੀ ਉਹੀ ਸੀਗਾ। ਠੀਕ ਹੈ ਨਾ, ਤਾਂ ਵਿਜੇਨਗਰ ਸਾਮਰਾਜ ਦੇ ਵਿੱਚ ਇੱਕ ਵੰਸ਼ ਹੋਇਆ ਸੀ ਤੁਲੂਵ ਵੰਸ਼। ਤੁਲੂਵ ਵੰਸ਼ ਦੇ ਵਿੱਚ ਇੱਕ ਰਾਜੇ ਦਾ ਜਨਮ ਹੋਇਆ ਕ੍ਰਿਸ਼ਨ ਦੇਵ ਰਾਏ, ਜਿਹਨੇ ਇੱਕ ਬੁੱਕ ਲਿਖੀ ਸੀ ਅਮੁਕਤਮਾਲਿਆਦ। ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਠੀਕ ਹੈ, ਤੇ ਕ੍ਰਿਸ਼ਨ ਦੇਵ ਰਾਏ ਦੇ ਦਰਬਾਰ ਦੇ ਵਿੱਚ 8 ਤੇਲਗੂ ਭਾਸ਼ਾ ਦੇ ਬਹੁਤ ਵੱਡੇ ਵਿਦਵਾਨ ਹੈ, ਜਿਹੜੇ ਵੱਡੇ ਵਿਦਵਾਨ ਹੈ ਜਿਹੜੇ ਉਹ ਬੈਠਦੇ ਸੀਗੇ। 8 ਤੇਲਗੂ ਵਿਦਵਾਨ, ਉਹਨਾਂ ਨੂੰ ਕਿਹਾ ਜਾਂਦਾ ਹੈ ਅਸ਼ਟ ਦਿੱਗਜ। ਕੀ ਕਿਹਾ ਜਾਂਦਾ ਹੈ? ਅਸ਼ਟ ਦਿੱਗਜ। ਯਾਦ ਰੱਖਣਾ ਹੈ ਬਈ, ਕੁਐਸਚਨ ਡਾਇਰੈਕਟ ਆਂਦਾ ਹੈ। ਅਸ਼ਟ ਦਿੱਗਜ ਕਿਹਦੇ ਦਰਬਾਰ ਵਿੱਚ ਸਨ? ਅਸ਼ਟ ਦਿੱਗਜ ਕਿਹਦੇ ਦਰਬਾਰ ਦੇ ਵਿੱਚ ਸਨ? ਤਾਂ ਆਨਸਰ ਹੋ ਜਾਊਗਾ ਕ੍ਰਿਸ਼ਨ ਦੇਵ ਰਾਏ। ਠੀਕ ਹੈ, ਅਸ਼ਟ ਦਿੱਗਜ ਕੌਣ ਸੀਗੇ ਬਈ? ਤੇਲਗੂ ਭਾਸ਼ਾ ਦੇ 8 ਬਹੁਤ ਵੱਡੇ ਕਵੀ ਵਿਦਵਾਨ। ਠੀਕ ਹੈ, ਤੇ ਇੱਥੋਂ ਫਿਰ ਇਹ ਪੁਆਇੰਟ ਵੀ ਕਲੀਅਰ ਹੁੰਦਾ ਹੈ ਵੀ ਇਹਨਾਂ ਦੀ ਲੈਂਗੁਏਜ ਕਿਹੜੀ ਸੀਗੀ? ਤੇਲਗੂ ਭਾਸ਼ਾ ਸੀ ਇਹਨਾਂ ਦੀ, ਤੇਲਗੂ। ਠੀਕ ਹੈ, ਯਾਦ ਰੱਖਣਾ ਇਹਨਾਂ ਦੀ ਭਾਸ਼ਾ ਕਿਹੜੀ ਸੀਗੀ ਬਈ? ਤੇਲਗੂ ਭਾਸ਼ਾ ਇਹਨਾਂ ਦੀ ਫੇਵਰਿਟ ਭਾਸ਼ਾ ਸੀ।
ठीक है, ये याद रखना बई ਆਪਾਂ ਨੇ। बाकी कृष्ण देव राय ਬਾਰੇ ਇੱਕ ਪੁਆਇੰਟ ਇਹ ਵੀ ਯਾਦ ਰੱਖੋ ਕਿ ਇਹਦੇ ਦਰਬਾਰ ਦੇ ਵਿੱਚ तेनाली राम ਵੀ ਰਹਿੰਦਾ ਸੀ। तेनाली राम, ठीक है, ਇਹਦੇ ਦਰਬਾਰ ਦੇ ਵਿੱਚ ਰਹਿੰਦਾ ਸੀ तेनाली राम। ਨੈਕਸਟ ਆ ਜਾਓ ਬਈ, बुद्ध धर्म ਨੂੰ ਹੇਠ ਲਿਖੇ ਸ਼ਾਸਕਾਂ ਵਿੱਚੋਂ ਕਿਸ ਦੇ ਰਾਜ ਦੌਰਾਨ ਮਹਾਯਾਨ ਤੇ ਹੀਨਯਾਨ ਵਿੱਚ ਵੰਡਿਆ ਗਿਆ ਸੀ? ਤਾਂ ਬੁੱਧ ਧਰਮ ਹੈ ਜਿਹੜਾ ਉਹ ਵੀ 2-3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਮਤਲਬ ਹੁਣ ਤੱਕ ਚਲੋ ਕਾਫੀ ਹਿੱਸੇ ਆ ਜਿਹੜੇ, ਕਾਫੀ ਸੰਪਰਦਾਇ ਬੁੱਧ ਧਰਮ ਦੇ ਹੋ ਗਏ। ਜੇ ਆਪਾਂ ਦੇਖੀਏ ਸਭ ਤੋਂ ਪਹਿਲਾਂ ਬੁੱਧ ਧਰਮ ਜਿਹੜਾ ਉਹ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀਗਾ, ਮਹਾਯਾਨ ਤੇ ਹੀਨਯਾਨ। ਇਹ ਕਿਹਦੇ ਟਾਈਮ ਦੇ ਵਿੱਚ ਹੋਇਆ? ਇਹ ਹੋਇਆ ਕੁਸ਼ਾਣ ਵੰਸ਼ ਦੇ ਰਾਜਾ ਕਨਿਸ਼ਕ ਦੇ ਟਾਈਮ ਦੇ ਵਿੱਚ। ਇਹ ਕਿਹੜੇ ਵੰਸ਼ ਦਾ ਰਾਜਾ ਸੀਗਾ ਬਈ? ਕੁਸ਼ਾਣ ਵੰਸ਼ ਦਾ ਰਾਜਾ ਸੀਗਾ, ਜਾਂ ਕੁਸ਼ਾਣ ਲਿਖਾਂਗੇ ਆਪਾਂ ਪੰਜਾਬੀ ਦੇ ਵਿੱਚ, ਕੁਸ਼ਾਣ, ਹੈਨਾ। ਕੁਸ਼ਾਣ ਵੰਸ਼ ਦਾ ਰਾਜਾ ਸੀਗਾ ਬਈ ਕਨਿਸ਼ਕ, ਉਹਦੇ ਟਾਈਮ ਦੇ ਵਿੱਚ ਇਹ ਸਾਰਾ ਕੁਝ ਹੋਇਆ ਸੀ, ਠੀਕ ਹੈ। ਹੀਨਯਾਨ ਮਹਾਯਾਨ ਕੀ ਹੈ? ਕੁਛ ਨਹੀਂ, ਦੇਖੋ ਗੌਤਮ ਬੁੱਧ ਹੈ ਜਿਹੜੇ, ਗੌਤਮ ਬੁੱਧ ਨੇ ਉਪਦੇਸ਼ ਦਿਆ ਕਿ ਮੂਰਤੀ ਪੂਜਾ ਨਹੀਂ ਕਰਨੀ ਆਪਾਂ ਨੇ ਕਿਸੇ ਤਰ੍ਹਾਂ ਦੀ ਵੀ, ਹੈਨਾ। ਜਾਤੀ ਪ੍ਰਥਾ, ਵਣ ਵਿਵਸਥਾ, ਇਹ ਸਾਰਾ ਕੁਝ ਉਹਨਾਂ ਨੇ ਕਿਹਾ ਕਿ ਆਪਾਂ ਨਹੀਂ ਮੰਨਦੇ, ਹੈਨਾ। ਪਰਮਾਤਮਾ ਨੂੰ ਵੀ ਨਹੀਂ ਮੰਨਦੇ ਉਹ ਤਾਂ, ਜਿਹੜੇ ਉਹਨਾਂ ਦੇ ਉਪਦੇਸ਼ ਹੈ, ਹੈਨਾ। ਤਾਂ ਜਿਹੜੇ ਉਹਨਾਂ ਦੇ ਫੋਲੋਵਰ ਸੀਗੇ ਉਹ ਉਹਨਾਂ ਦੇ ਮਤਲਬ ਉਪਦੇਸ਼ਾਂ ਦੇ ਉੱਤੇ ਹੀ ਚੱਲ ਰਹੇ ਸੀਗੇ, ਹੈਨਾ। ਤਾਂ ਉਹਨਾਂ ਨੂੰ ਸਾਰਿਆਂ ਨੂੰ ਹੀਨਯਾਨ ਕਿਹਾ ਜਾਂਦਾ ਹੈ। ਹੁਣ 400-500 ਸਾਲ ਬਾਅਦ ਆ ਕੇ ਕੀ ਹੁੰਦਾ ਹੈ? ਬੁੱਧ ਧਰਮ ਦੇ ਵਿੱਚ ਕਾਫੀ ਸਾਰੇ ਚੇਂਜਸ ਹੈ ਜਿਹੜੇ ਦੇਖਣ ਨੂੰ ਮਿਲਦੇ ਆ। ਹੌਲੀ ਹੌਲੀ ਲੋਕ ਹੈ ਜਿਹੜੇ ਉਹ ਆਪਣੇ ਮਤਲਬ ਗੌਤਮ ਬੁੱਧ ਦੀ ਮੂਰਤੀ ਬਣਾਉਣਾ ਸ਼ੁਰੂ ਕਰ ਦਿੰਦੇ ਆ, ਹੌਲੀ ਹੌਲੀ ਕਰਕੇ। ਤੇ ਫਿਰ ਉਹ ਕੀ ਮੰਨਣਾ ਸ਼ੁਰੂ ਕਰ ਦਿੰਦੇ ਕਿ ਗੌਤਮ ਬੁੱਧ ਹੈ ਜਿਹੜਾ ਉਹੀ ਪਰਮਾਤਮਾ ਹੈ, ਗੌਤਮ ਬੁੱਧ ਹੈ ਜਿਹੜਾ ਉਹੀ ਪਰਮਾਤਮਾ ਹੈ, ਹੈਨਾ। ਹੁਣ ਉਹ ਉਹਦੇ ਉਪਦੇਸ਼ਾਂ ਨੂੰ ਨਹੀਂ ਮੰਨ ਰਹੇ, ਉਹ ਗੌਤਮ ਬੁੱਧ ਨੂੰ ਮੰਨ ਰਹੇ ਆ। ਉਹ ਗੌਤਮ ਬੁੱਧ ਦੀ ਪੂਜਾ ਕਰ ਰਹੇ ਆ, ਨਾ ਕਿ ਉਹਦੇ ਦਿਖਾਏ ਰਸਤੇ ਤੇ ਚੱਲ ਰਹੇ ਆ, ਹਾਂਜੀ। ਤਾਂ ਇਹ 2 ਹਿੱਸਿਆਂ ਦੇ ਵਿੱਚ ਡਿਵਾਈਡ ਹੋ ਗਏ। ਕੁਝ ਲੋਕ ਅਜਿਹੇ ਸੀਗੇ ਉਸ ਟਾਈਮ ਦੇ ਵਿੱਚ ਜਿਹੜੇ ਸਿਰਫ ਗੌਤਮ ਬੁੱਧ ਦੇ ਉਪਦੇਸ਼ ਹੈ, ਜਿਹੜੀ ਗੌਤਮ ਬੁੱਧ ਦੀ ਸਿੱਖਿਆਵਾਂ ਉਹਨਾਂ ਨੂੰ ਫੋਲੋ ਕਰ ਰਹੇ ਆ, ਤੇ ਕੁਝ ਲੋਕ ਅਜਿਹੇ ਹੋ ਗਏ ਬਈ ਜਿਹੜੇ ਗੌਤਮ ਬੁੱਧ ਨੂੰ ਪਰਮਾਤਮਾ ਮੰਨ ਕੇ ਉਹਦੀ ਪੂਜਾ ਕਰ ਰਹੇ ਆ। ਤਾਂ ਇਹ 2 ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ ਕਨਿਸ਼ਕ ਦੇ ਟਾਈਮ ਦੇ ਵਿੱਚ। ਤੇ ਫਾਈਨਲੀ ਫਿਰ ਇੱਕ ਮੀਟਿੰਗ ਬੁਲਾਈ ਜਾਂਦੀ ਹੈ ਵੀ ਇਹਨੂੰ ਫੋਲੋ ਕਰਿਆ ਜਾਵੇ। ਫਿਰ ਉੱਥੋਂ ਕੀ ਹੈ, ਉੱਥੇ ਵੀ ਬੁੱਧ ਧਰਮ ਦੇ ਅਲੱਗ-ਅਲੱਗ 2 ਪਾਰਟ ਬਣ ਜਾਂਦੇ ਆ। ਉਹਨਾਂ ਨੂੰ ਆਪਾਂ ਹੀਨਯਾਨ ਤੇ ਮਹਾਯਾਨ ਕਹਿੰਦੇ ਆ। ਹੀਨਯਾਨ ਉਹ ਵਾਲੇ ਆ ਜਿਹੜੇ ਉਪਦੇਸ਼ਾਂ ਨੂੰ ਮੰਨਦੇ ਆ, ਹਨਾ। ਇਹ ਮੂਰਤੀ ਪੂਜਾ ਨਹੀਂ ਕਰਦੇ, ਇਹ ਵੀ ਲਿਖ ਲਓ ਤੁਸੀਂ, ਹਨਾ। ਮੂਰਤੀ ਪੂਜਾ ਜਿਹੜੀ ਨਹੀਂ ਕਰਦੇ, ਉਪਦੇਸ਼ਾਂ ਨੂੰ ਮੰਨਦੇ ਆ। ਮਹਾਯਾਨ ਵਾਲੇ ਆ ਜਿਹੜੇ, ਮਹਾਯਾਨ ਵਾਲੇ ਉਪਦੇਸ਼ਾਂ ਨੂੰ ਤਾਂ ਚਲੋ ਮੰਨਦੇ ਹੀ ਆ, ਪਰ ਇਹ ਬੁੱਧ ਨੂੰ ਕੀ ਹੈ? ਬੁੱਧ ਨੂੰ ਪਰਮਾਤਮਾ ਮੰਨਦੇ ਆ, ਬੁੱਧ ਨੂੰ ਗੋਡ ਮੰਨਦੇ ਆ, ਬੁੱਧ ਨੂੰ ਗੋਡ ਮੰਨਦੇ ਆ, ਏਦਾਂ ਸ਼ੋਰਟ ਚ ਲਿਖ ਸਕਦੇ ਹੋ ਤੁਸੀਂ। ਮੂਰਤੀ ਦੀ ਪੂਜਾ ਵੀ ਕਰਦੇ ਆ ਫਿਰ ਇਹਦੀ, ਨੋਰਮਲ ਜੀ ਗੱਲ ਹੈ, ਮੂਰਤੀ ਪੂਜਾ, ਯਸ, ਓਕੇ। ਤਾਂ ਹੀਨਯਾਨ ਮਹਾਯਾਨ ਦੇ ਵਿੱਚ 2 ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ ਕਨਿਸ਼ਕ ਦੇ ਟਾਈਮ ਦੇ ਵਿੱਚ, ਜਦੋਂ ਚੌਥੀ ਬੌਧ ਸਭਾ ਹੋਈ ਸੀਗੀ। 4th ਬੌਧ ਸਭਾ ਜਿਹੜੀ ਉਹ ਹੋਈ, ਕਦੋਂ ਹੋਈ ਹੈ ਚੌਥੀ ਬੌਧ ਸਭਾ? ਇਹ ਹੋਈ ਸੀ 72 ਈਸਵੀ ਦੇ ਵਿੱਚ। ਕਿੱਥੇ? ਕਸ਼ਮੀਰ ਦੇ ਵਿੱਚ ਇੱਕ ਜਗ੍ਹਾ ਹੈ ਕੁੰਡਲਵਨ, ਕਸ਼ਮੀਰ, ਉੱਥੇ ਹੋਈ ਸੀਗੀ, ਠੀਕ ਹੈ। ਇਹ ਯਾਦ ਰੱਖ ਲਿਓ ਬਾਈ। ਬਾਕੀ ਦੀ ਡਿਟੇਲ ਆਪਾਂ ਫਿਰ ਪੜਾਂਗੇ ਕਿਸੇ ਹੋਰ ਕੁਐਸਚਨ ਦੇ ਵਿੱਚ, ਹਨਾ। ਨੈਕਸਟ ਆ ਜਾਓ, ਗੌਤਮ ਬੁੱਧ ਨੇ ਹੇਠ ਲਿਖਿਆਂ ਵਿੱਚੋਂ ਕਿਹੜੀ ਮੁਦਰਾ ਵਿੱਚ ਆਪਣਾ ਪਹਿਲਾ ਉਪਦੇਸ਼ ਸਾਰਨਾਥ ਵਿਖੇ ਦਿੱਤਾ ਸੀ? ਤਾਂ ਕਿਹੜੀ ਮੁਦਰਾ ਦੇ ਵਿੱਚ ਦਿਆ ਇਹ ਦੇਖਣਾ ਆਪਾਂ ਨੇ। ਦੇਖੋ ਇਹ ਤਾਂ ਸਾਰਿਆਂ ਨੂੰ ਪਤਾ ਹੈ ਵੀ ਪਹਿਲਾ ਉਪਦੇਸ਼ ਹੈ ਜਿਹੜਾ ਸਾਰਨਾਥ ਦੇ ਵਿੱਚ ਦਿਆ, ਹਨਾ। ਪਰ ਮੁਦਰਾ ਕਿਹੜੀ ਸੀਗੀ? ਮੁਦਰਾ ਤਾਂ ਮੁਦਰਾ ਸੀਗੀ ਬਈ ਧਰਮ ਚੱਕਰ ਮੁਦਰਾ। ਕਿਹੜੀ ਮੁਦਰਾ ਸੀਗੀ? ਧਰਮ ਚੱਕਰ ਮੁਦਰਾ। ਇਹਦੇ ਵਿੱਚ ਦਿਆ ਪਹਿਲਾਂ 5 ਬ੍ਰਾਹਮਣਾਂ ਨੂੰ ਇਹ ਉਪਦੇਸ਼ ਹੈ ਜਿਹੜਾ ਇਹ ਦਿਆ ਸੀਗਾ, ਠੀਕ ਹੈ। ਯਾਦ ਰੱਖਣਾ ਆਪਾਂ ਨੇ। ਗੌਤਮ ਬੁੱਧ ਦੀ ਕਾਫੀ ਸਾਰੀ ਮੁਦਰਾਵਾਂ ਨੇ, ਕਿਸੇ ਦਿਨ ਆਪਾਂ ਆਰਟ ਐਂਡ ਕਲਚਰ ਜਦ ਪੜਾਂਗੇ ਫਿਰ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ। ਕਾਫੀ ਤਰ੍ਹਾਂ ਦੀ ਮੁਦਰਾ ਨੇ ਉਹਨਾਂ ਦੀਆਂ, ਠੀਕ ਹੈ। 10-11 ਮੁਦਰਾ ਹੁੰਦੀਆਂ ਨੇ, ਹਰ ਇੱਕ ਦੀ ਆਪਣੀ ਸਿਗਨੀਫੀਕੈਂਸ ਹੈ, ਹਰ ਇੱਕ ਦੀ ਆਪਣੀ ਇੰਪੋਰਟੈਂਸ ਹੈ। ਪੜਾਂਗੇ ਇਹਨੂੰ ਵੀ ਆਪਾਂ ਕਦੇ, ਠੀਕ ਹੈ। ਤਾਂ ਸਾਰਨਾਥ ਤੁਹਾਨੂੰ ਪਤਾ ਸਾਰਿਆਂ ਨੂੰ ਬਈ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਸਾਰਨਾਥ ਨੂੰ ਪਹਿਲਾਂ, ਅੱਛਾ ਹਾਂ, ਕਈ ਵਾਰ ਸਾਰਨਾਥ ਦੀ ਜਗ੍ਹਾ ਤੇ ਰਿਸ਼ੀਪਟਨਮ ਵੀ ਲਿਖਿਆ ਆ ਸਕਦਾ ਹੈ, ਉਹ ਵੀ ਸੇਮ ਹੀ ਹੈ। ਸਾਰਨਾਥ ਨੂੰ ਪਹਿਲਾਂ ਰਿਸ਼ੀਪਟਨਮ ਕਿਹਾ ਜਾਂਦਾ ਸੀਗਾ, ਰਿਸ਼ੀਪਟਨਮ, ਠੀਕ ਹੈ ਬਾਈ। ਆ ਜਾਓ ਨੈਕਸਟ ਕੁਐਸਚਨ ਦੇ ਉੱਤੇ। ਅੱਛਾ, ਇਹ ਜਿਹੜੀ ਘਟਨਾ ਹੈ ਨਾ ਗੌਤਮ ਬੁੱਧ ਦੇ ਜੀਵਨ ਦੇ ਨਾਲ ਸੰਬੰਧਿਤ ਜਿਹੜੀ ਘਟਨਾਵਾਂ ਨੇ, ਹਨਾ, ਜਿਵੇਂ ਜਨਮ ਦੀ ਘਟਨਾ ਹੋਗੀ, ਘਰ ਛੱਡਣਾ ਇਹ ਵਾਲੀ ਘਟਨਾ ਹੋਗੀ, ਗਿਆਨ ਦੀ ਤਲਾਸ਼ ਦੇ ਵਿੱਚ ਇੱਧਰ ਉੱਧਰ ਭਟਕਣਾ ਇਹ ਵੀ ਇੱਕ ਘਟਨਾ ਹੋਗੀ, ਫਿਰ ਗਿਆਨ ਦੀ ਪ੍ਰਾਪਤੀ ਇਹ ਵੀ ਇੱਕ ਘਟਨਾ ਹੈ, ਹਨਾ। ਗਿਆਨ ਵੰਡਣਾ ਯਾਨੀ ਪਹਿਲੀ ਵਾਰ ਉਪਦੇਸ਼ ਦੇਣਾ ਇਹ ਵੀ ਘਟਨਾ ਹੈ। ਫਿਰ ਉਹਨਾਂ ਦੀ ਮ੍ਰਿਤਿੂ ਹੋਣਾ, ਉਹਨਾਂ ਨੂੰ ਨਿਰਵਾਣ ਦੀ ਪ੍ਰਾਪਤੀ, ਪਰਿਨਿਰਵਾਣ ਦੀ ਪ੍ਰਾਪਤੀ ਹੋਣਾ, ਇਹ ਸਾਰੀ ਘਟਨਾਵਾਂ ਨੇ। ਇਹਨਾਂ ਸਾਰੀ ਘਟਨਾਵਾਂ ਨੂੰ ਅਲੱਗ-ਅਲੱਗ ਨਾਮ ਨਾਲ ਜਾਣਿਆ ਜਾਂਦਾ ਹੈ, ਠੀਕ ਹੈ। ਬਾਕੀ ਦੀ ਡਿਟੇਲ ਲਈ ਤੁਸੀਂ ਬੁੱਧ ਧਰਮ ਦੇ ਉੱਤੇ ਇੱਕ ਪ੍ਰੋਪਰ ਵੀਡੀਓ ਬਣਾਈ ਹੋਈ ਹੈ ਮੇਰੀ, ਕੰਪਲੀਟ ਬੁੱਧਿਜ਼ਮ ਹੈ ਜਿਹੜਾ ਪੰਜਾਬ ਦੇ ਐਗਜ਼ਾਮਸ ਦੇ ਪੁਆਇੰਟ ਆਫ ਵਿਊ ਨਾਲ ਸਾਰਾ ਕਵਰ ਕਰਿਆ ਹੋਇਆ ਹੈ ਨਾ, ਉਹ ਦੇਖ ਸਕਦੇ ਹੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਠੀਕ ਹੈ।
ਨੈਕਸਟ ਆ ਜਾਓ ਬਈ, ਭਾਰਤ ਤੇ ਹਮਲਾ ਕਰਨ ਵਾਲਾ ਸਭ ਤੋਂ ਪਹਿਲਾਂ ਕੌਣ ਸੀ? ਇਹ ਚਾਰ ਆਪਸ਼ਨ ਦੇ ਹੋਏ ਆ ਬਈ, ਠੀਕ ਹੈ। ਹੁਣ ਇਹਨੂੰ ਧਿਆਨ ਨਾਲ ਦੇਖੋ ਕੁਐਸਚਨ ਨੂੰ। ਜੇ ਕਦੀ ਵੀ ਤੁਹਾਨੂੰ ਅਜਿਹਾ ਕੁਐਸਚਨ ਆਵੇ ਕਿ ਭਾਰਤ ਦੇ ਉੱਤੇ ਸਭ ਤੋਂ ਪਹਿਲਾਂ ਵਿਦੇਸ਼ੀ ਹਮਲਾਵਰ ਕੌਣ ਸੀ, ਜਾਂ ਭਾਰਤ ਦੇ ਉੱਤੇ ਸਭ ਤੋਂ ਪਹਿਲਾਂ ਵਿਦੇਸ਼ੀ ਹਮਲਾ ਕਿਹਨੇ ਕਰਿਆ, ਸਭ ਤੋਂ ਪਹਿਲਾਂ ਆਪਾਂ ਆਪਸ਼ਨ ਦੇ ਵਿੱਚ ਦੇਖਣਾ ਸਾਇਰਸ। ਜੇ ਤਾਂ ਇਹ ਬੰਦਾ ਆਪਸ਼ਨ ਦੇ ਵਿੱਚ ਹੈ ਫਿਰ ਤਾਂ ਰਾਈਟ ਆਨਸਰ ਇਹੀ ਹੋਊਗਾ। ਜੇ ਇਹ ਆਪਸ਼ਨ ਦੇ ਵਿੱਚ ਨਹੀਂ ਹੈ ਫਿਰ ਹੋਊਗਾ ਇਹਦਾ ਪੋਤਾ। ਇਹਦਾ ਪੋਤਾ ਕੌਣ ਹੈ? ਡੇਰੀਅਸ I। ਇਹ ਇਹਦਾ ਪੋਤਾ ਸੀਗਾ ਬਈ, ਹਾਂਜੀ, ਯਾਨੀ ਡੇਰੀਅਸ I ਦਾ ਗ੍ਰੈਂਡ ਫਾਦਰ ਕੌਣ ਸੀਗਾ? ਸਾਇਰਸ। ਇਹਨੇ ਅਟੈਕ ਕਰਿਆ ਸੀਗਾ। ਇਹ ਰਾਜੇ ਸੀਗੇ ਬਈ ਪਰਸ਼ੀਆ ਵਾਲੇ ਇਲਾਕੇ ਦੇ, ਪਰਸ਼ੀਆ ਦੇ, ਠੀਕ ਹੈ ਨਾ, ਜਿਵੇਂ ਆਪਣਾ ਇੰਡੀਆ ਹੋ ਗਿਆ। ਦੇਖੋ ਤੁਸੀਂ ਮੰਨ ਲਓ ਇਹ ਅੱਜ ਦਾ ਆਪਣਾ ਇੰਡੀਆ ਹੈ ਨਾ, ਇਹ ਨਾਲ ਪੜੋਸੀ ਹੋ ਗਿਆ ਆਪਣਾ ਪਾਕਿਸਤਾਨ। ਪਹਿਲਾਂ ਤਾਂ ਇਹ ਵੀ ਇੰਡੀਆ ਦੇ ਵਿੱਚ ਸੀਗਾ, ਇਹ ਅਫਗਾਨਿਸਤਾਨ ਵਾਲਾ ਏਰੀਆ ਹੋ ਗਿਆ, ਇਹ ਵੀ ਇੰਡੀਆ ਦੇ ਵਿੱਚ ਸੀਗਾ, ਯਾਨੀ ਇਹ ਪਹਿਲਾਂ ਆਪਣਾ ਪੁਰਾਣਾ ਇੰਡੀਆ ਸੀਗਾ, ਹਨਾ, ਇੱਥੋਂ ਤੱਕ ਆਪਣਾ ਬਾਰਡਰ ਸੀਗਾ। ਇਸ ਤੋਂ ਅੱਗੇ ਜਿਹੜਾ ਸਾਮਰਾਜ ਚੱਲਦਾ ਸੀਗਾ ਇਹ ਸੀਗਾ ਬਈ ਪਰਸ਼ੀਆ, ਠੀਕ ਹੈ। ਤੇ ਇਹ ਵਾਲਾ ਰੀਜਨ ਹੈ ਜਿਹੜਾ, ਇਹ ਵਾਲਾ ਇਲਾਕਾ ਹੈ, ਇਹ ਹਮੇਸ਼ਾ ਤੋਂ ਹੀ ਅਨਸਟੇਬਲ ਜਿਹਾ ਰਿਹਾ ਹੈ, ਹਨਾ। ਕਿਉਂ? ਕਿਉਂਕਿ ਇੱਕ ਤਾਂ ਨਦੀਆਂ ਬਹੁਤ ਜ਼ਿਆਦਾ ਹੋ ਗਈ, ਠੀਕ ਹੈ। ਦੂਜਾ ਕੀ ਹੈ, ਜਦੋਂ ਇੱਧਰ ਕੋਈ ਪਾਵਰਫੁਲ ਰਾਜਾ ਹੋਇਆ ਉਹਦੀ ਪਕੜ ਇੱਥੇ ਮਜ਼ਬੂਤ ਹੈ। ਜਦੋਂ ਇੱਥੇ ਕੀ ਹੈ, ਇੱਥੇ ਰਾਜਾ ਕਮਜ਼ੋਰ ਹੋਇਆ ਤਾਂ ਇੱਥੇ ਛੋਟੇ ਛੋਟੇ ਸਾਮਰਾਜ ਅਲੱਗ ਤੋਂ ਬਣਨੇ ਸ਼ੁਰੂ ਹੋ ਗਏ। ਇੱਥੇ ਰਾਜਾ ਪਾਵਰਫੁਲ ਹੋਇਆ, ਇਹਨੇ ਇੱਧਰ ਅਟੈਕ ਕਰਕੇ ਇਹਨੇ ਆਪਣੀ ਸਾਈਡ ਮਿਲਾ ਲਿਆ ਇਹਨੂੰ। ਤਾਂ ਇਹ ਏਰੀਆ ਕਦੇ ਇੱਧਰ ਇਦਾਂ ਹਮੇਸ਼ਾ ਰਿਹਾ ਹੈ, ਠੀਕ ਹੈ। ਜਾਂ ਫਿਰ ਛੋਟੇ ਛੋਟੇ ਕਬੀਲਿਆਂ ਦੇ ਵਿੱਚ, ਛੋਟੇ ਛੋਟੇ ਇਲਾਕਿਆਂ ਦੇ ਵਿੱਚ ਇਹ ਵੰਡਿਆ ਰਿਹਾ ਏਰੀਆ, ਠੀਕ ਹੈ। ਤਾਂ ਇਹ ਸਾਰੇ ਡੇਰੀਅਸ ਹੋ ਗਿਆ, ਸਾਇਰਸ ਹੋ ਗਿਆ, ਇਹ ਸਾਰੇ ਇੱਥੋਂ ਦੇ ਹੀ ਸੀਗੇ ਬਈ ਪਰਸ਼ੀਆ ਦੇ ਰਾਜੇ, ਠੀਕ ਹੈ। ਤਾਂ ਪਹਿਲਾਂ ਆਪਾਂ ਆਪਸ਼ਨ ਦੇ ਵਿੱਚ ਸਾਇਰਸ ਦੇਖਣਾ, ਇਹ ਆਪਸ਼ਨ ਦੇ ਵਿੱਚ ਨਹੀਂ ਹੈਗਾ ਤਾਂ ਡੇਰੀਅਸ ਉਹਦਾ ਆਨਸਰ ਹੋ ਜਾਊਗਾ, ਠੀਕ ਹੈ। ਇਹ ਯਾਦ ਰੱਖਣਾ ਆਪਾਂ ਨੇ। ਇਹ ਦੋਨੇ ਦੇ ਦੋਨੇ ਕੌਣ ਸੀਗੇ? ਪਰਸ਼ੀਅਨ ਸੀਗੇ। ਇਹਦਾ ਡੇਰੀਅਸ ਦਾ ਹੀ ਮੁੰਡਾ ਸੀਗਾ ਵੀ ਅੱਗੇ ਇਹ, ਠੀਕ ਹੈ ਨਾ। ਇਹਦੇ ਬਾਰੇ ਤੁਸੀਂ ਇੱਕ ਪੁਆਇੰਟ ਇਹ ਯਾਦ ਰੱਖੋ, ਇਹਨੇ ਨਾ ਇੰਡੀਅਨਸ ਨੂੰ ਆਪਣੀ ਸੈਨਾ ਦੇ ਵਿੱਚ ਭਰਤੀ ਕਰਿਆ ਹੋਇਆ ਸੀਗਾ। ਇਸਨੇ ਇੰਡੀਅਨਸ ਨੂੰ ਆਪਣੀ ਸੈਨਾ ਦੇ ਵਿੱਚ ਭਰਤੀ ਕਰਿਆ ਹੋਇਆ ਸੀਗਾ। ਤੇ ਇਹਨੇ ਕੀ ਕਰਿਆ, ਜਦੋਂ ਸਿਕੰਦਰ ਦੇ ਨਾਲ ਇਹਦਾ ਲੜਾਈ ਹੋਈ ਹੈ, ਇਹਨੇ ਸਿਕੰਦਰ ਦੇ ਖਿਲਾਫ ਆਪਣੀ ਸੈਨਾ ਵਗੈਰਾ ਭੇਜੀਆਂ, ਤਾਂ ਇਹ ਰੋਮਨਸ ਦੇ ਖਿਲਾਫ, ਮਤਲਬ ਸਿਕੰਦਰ ਕੌਣ ਸੀਗਾ? ਰੋਮਨ ਸੀਗਾ, ਅਲੈਗਜ਼ੈਂਡਰ, ਹੈ ਨਾ। ਇਹਦੇ ਖਿਲਾਫ ਆਪਣੀ ਸੈਨਾ ਦੇ ਵਿੱਚ ਇੰਡੀਅਨਸ ਨੂੰ ਭਰਤੀ ਕਰਕੇ ਉੱਥੇ ਲੜਨ ਲਈ ਭੇਜਿਆ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਇਹ ਕੁਐਸਚਨ ਡਾਇਰੈਕਟ ਆਂਦਾ ਕਿ ਕਿਹੜੇ ਪਰਸ਼ੀਅਨ ਰਾਜੇ ਨੇ ਇੰਡੀਅਨਸ ਨੂੰ ਆਪਣੀ ਸੈਨਾ ਦੇ ਵਿੱਚ ਰੱਖਿਆ ਹੋਇਆ ਸੀਗਾ? ਰੋਮਨਸ ਦੇ ਨਾਲ ਲੜਾਈਆਂ ਕਰਨ ਵਾਸਤੇ। ਰੋਮਨਸ ਦੇ ਨਾਲ ਲੜਾਈਆਂ ਕਰਨ ਵਾਸਤੇ ਕਿਹਨੂੰ ਰੱਖਿਆ ਹੋਇਆ ਸੀਗਾ? ਇੰਡੀਅਨਸ ਨੂੰ ਰੱਖਿਆ ਹੋਇਆ ਸੀਗਾ। ਕਿਹਨੇ? ਇਹਨੇ ਬੰਦੇ ਨੇ ਬਈ, ਠੀਕ ਹੈ। ਨੈਕਸਟ ਪਰਸਨ ਕਿਹੜਾ ਵੀ ਆਪਣਾ? ਅਸ਼ੋਕ ਕਿਸ ਰਾਜਵੰਸ਼ ਦਾ ਰਾਜਾ ਸੀਗਾ? ਬਿਲਕੁਲ ਸਿੰਪਲ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਬਿਲਕੁਲ ਬੇਸਿਕ ਜਿਹਾ ਕੁਐਸਚਨ ਹੈ। ਮੌर्य ਵੰਸ਼ ਦਾ ਰਾਜਾ ਹੈ ਨਾ, ਬਿਲਕੁਲ ਬੇਸਿਕ ਹੈ, ਛੱਡੋ ਇਹਨੂੰ ਕੁਐਸਚਨ ਨੂੰ। ਨੈਕਸਟ ਆ ਜਾਓ ਬਈ, ਦੂਜੇ ਪਾਂਡਿਅਨ ਸਾਮਰਾਜ ਦੇ ਜ਼ਮੀਨੀ ਮਾਪਾਂ ਦਾ ਜ਼ਿਕਰ ਕਿਸ ਵਿੱਚ ਕੀਤਾ ਗਿਆ ਸੀਗਾ? ਤਾਂ ਪਾਂਡਿਅਨ, ਜਦੋਂ ਸੈਕਿੰਡ ਪਾਂਡਿਅਨ ਵੰਸ਼ ਦੁਬਾਰੇ ਚੱਲਦਾ ਹੈ ਨਾ, ਤਾਂ ਉਸ ਟਾਈਮ ਜ਼ਮੀਨਾਂ ਦਾ ਜਿਹੜਾ ਮਾਪ ਹੈ ਉਹਦੇ ਬਾਰੇ ਸਾਨੂੰ ਕਿਹੜੀ ਅਭਿਲੇਖ ਤੋਂ ਪਤਾ ਲੱਗਦਾ ਹੈ? ਜੇ ਕਿੱਥੋਂ ਪਤਾ ਲੱਗਦਾ ਹੈ ਤਾਂ ਇਹ ਸਾਨੂੰ ਪਤਾ ਲੱਗਦਾ ਹੈ ਥਲਾਈਵੀਪੁਰਮ ਕੋਪਰ ਪਲੇਟਾਂ ਤੋਂ, ਠੀਕ ਹੈ। ਇਹ ਇੱਕ ਤਰ੍ਹਾਂ ਦਾ ਅਭਿਲੇਖ ਹੈ, ਉਹਨਾਂ ਦੇ ਦੁਆਰਾ ਲਿਖਿਆ ਗਿਆ, ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀ ਜ਼ਮੀਨਾਂ ਵਗੈਰਾ ਹੈਗੀਆਂ ਉਹ ਕਿਸ ਤਰ੍ਹਾਂ ਵੰਡੀ ਹੋਈ ਸੀ, ਕਿੱਦਾਂ ਉਹਨਾਂ ਦਾ ਮਤਲਬ ਮਾਪ ਵਗੈਰਾ ਉਹ ਲਿਆ ਜਾਂਦਾ ਸੀ, ਠੀਕ ਹੈ। ਇਹ ਯਾਦ ਰੱਖਣਾ ਆਪਾਂ ਨੇ, ਬਿਲਕੁਲ ਬਹੁਤ ਇੰਪੋਰਟੈਂਟ ਕੁਐਸਚਨ ਹੈ। ਤੇ ਪਾਂਡਿਅਨਸ ਬਾਰੇ ਤੁਹਾਨੂੰ ਪਤਾ ਹੀ ਹੈ, ਸੰਗਮ ਕਾਲ ਆਪਾਂ ਹੁਣੇ ਪੜ੍ਹ ਕੇ ਹਟੇ ਆ, ਠੀਕ ਹੈ ਨਾ। ਇਹਨਾਂ ਦਾ ਇਲਾਕਾ ਕਿਹੜਾ ਸੀਗਾ? ਤਾਮਿਲਨਾਡੂ ਵਾਲਾ, ਮੇਨਲੀ ਕੋਰ ਏਰੀਆ ਇਹਨਾਂ ਦਾ ਤਾਮਿਲ ਸੀਗਾ। ਇਸ ਤੋਂ ਇਲਾਵਾ ਜਦੋਂ ਵੀ ਪਾਂਡਿਅਨ ਸਾਮਰਾਜ ਦੇ ਵਿੱਚ ਕੋਈ ਪਾਵਰਫੁਲ ਰਾਜਾ ਹੋਇਆ ਤਾਂ ਉਹਨੇ ਆਸ-ਪਾਸ ਦੇ ਇਲਾਕੇ ਜਿਹੜੇ ਜਿੱਤ ਕੇ ਆਪਣੇ ਸਾਮਰਾਜ ਦੇ ਵਿੱਚ ਮਿਲਾ ਲਏ। ਬਾਅਦ ਦੇ ਵਿੱਚ ਫਿਰ ਕੀ ਹੈ, ਜਦੋਂ ਇਹ ਅੰਪਾਇਰ ਜਿਹੜਾ ਡਾਊਨਫਾਲ ਇਹਦਾ ਸਟਾਰਟ ਹੋਇਆ ਤਾਂ ਫਿਰ ਇਹ ਸੁੰਗੜ ਕੇ ਛੋਟਾ ਹੋ ਗਿਆ ਅੰਪਾਇਰ, ਹੈ ਨਾ। ਤਾਂ ਇਦਾਂ ਹੁੰਦਾ ਹੈ ਹਮੇਸ਼ਾ। ਨੈਕਸਟ ਆ ਜਾਓ, ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ? ਤਾਂ ਨਾਲੰਦਾ ਯੂਨੀਵਰਸਿਟੀ ਹੈ ਜਿਹੜੀ, ਇਹ ਵੀ ਬਿਹਾਰ ਦੇ ਵਿੱਚ ਆਪਾਂ ਨੂੰ ਮਿਲੂਗੀ, ਠੀਕ ਹੈ। ਕਿੱਥੇ ਮਿਲੂਗੀ? ਬਿਹਾਰ ਦੇ ਵਿੱਚ, ਯਾਦ ਰੱਖਣਾ ਹੈ। ਤੇ ਇਹ ਬਣਾਈ ਸੀਗੀ ਬਈ ਗੁਪਤ ਵੰਸ਼ ਦੇ ਰਾਜਾ ਕੁਮਾਰਗੁਪਤ ਨੇ। ਗੁਪਤ ਵੰਸ਼ ਦੇ ਰਾਜਾ ਕੁਮਾਰਗੁਪਤ ਨੇ ਬਣਾਈ ਸੀਗੀ ਨਾਲੰਦਾ ਯੂਨੀਵਰਸਿਟੀ। ਬਾਕੀ ਨਾਲੰਦਾ ਯੂਨੀਵਰਸਿਟੀ ਨੂੰ ਕਿਸਨੇ ਜਲਾ ਕੇ ਖਤਮ ਕਰਿਆ, ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ, ਠੀਕ ਹੈ। ਇੱਕ ਮੁਸਲਿਮ ਸੈਨਾਪਤੀ ਆਇਆ ਸੀਗਾ ਬਈ ਇੰਡੀਆ ਦੇ ਵਿੱਚ, ਹਨਾ, ਉਹਨੇ ਨਾਲੰਦਾ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਜਲਾ ਦਿੱਤਾ ਸੀ। ਤਾਂ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ। ਨੈਕਸਟ ਦੇਖੋ ਬਈ, ਉਸ ਗਣਰਾਜ ਦਾ ਨਾਂ ਦੱਸੋ ਜੋ 6ਵੀਂ ਸਦੀ ਈਸਾ ਪੂਰਵ ਵਿੱਚ ਕਬੀਲਿਆਂ ਦਾ ਸੰਘ ਸੀ, ਠੀਕ ਹੈ ਨਾ। ਤਾਂ 6ਵੀਂ ਸ਼ਤਾਬਦੀ BC ਦੀ ਗੱਲ ਹੋ ਰਹੀ ਹੈ,
ठीक है, ईसा पूर्व की गल हो रही है। ये 4 ऑप्शन थोड़े कोल हैगे आ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਣਾ ਜਿਹੜਾ ਇੰਡੀਆ ਹੈ ਉਹ 16 ਮਹਾਜਨਪਦਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਜੇ ਆਪਾਂ 6ਵੀਂ ਸ਼ਤਾਬਦੀ BC ਦੀ ਗੱਲ ਕਰੀਏ, 600 ਈਸਾ ਪੂਰਵ ਦੇ ਆਸ-ਪਾਸ ਦੀ ਗੱਲ ਕਰੀਏ ਆਪਾਂ, ਜੇ ਤੁਹਾਨੂੰ ਥੋੜੀ ਬਹੁਤੀ ਵੀ ਤੁਸੀਂ ਐਂਸ਼ੀਐਂਟ ਹਿਸਟਰੀ ਪੜ੍ਹੀ ਹੋਈ ਤਾਂ ਤੁਹਾਨੂੰ ਪਤਾ ਹੋਣਾ ਜਦੋਂ ਸਾਮਰਾਜ ਵਗੈਰਾ ਬਣਨੇ ਸਟਾਰਟ ਹੋਏ ਆ ਹਨਾ, ਕਬੀਲਿਆਂ ਤੋਂ ਹੌਲੀ ਹੌਲੀ ਕਰਕੇ ਛੋਟੀ ਛੋਟੀ ਜਨਪਦਾਂ ਬਣਨੀ ਸ਼ੁਰੂ ਹੋਈ, ਫਿਰ ਉਨੀ ਛੋਟੀ ਜਨਪਦਾਂ ਤੋਂ ਮਹਾਜਨਪਦਾਂ ਬਣਨੀ ਸ਼ੁਰੂ ਹੋਈ। ਤਾਂ ਆਪਣਾ ਇੰਡੀਆ ਜਿਹੜਾ 16 ਮਹਾਜਨਪਦਾਂ ਦੇ ਵਿੱਚੋਂ ਵੰਡਿਆ ਹੋਇਆ ਸੀਗਾ ਉਸ ਟਾਈਮ ਦੇ ਵਿੱਚ। ਤਾਂ ਇਹੀ ਆਪਾਂ ਨੇ ਦੱਸਣਾ ਕਿ ਕਬੀਲਿਆਂ ਤੋਂ ਮਿਲ ਕੇ ਕਿਹੜਾ ਬਣਿਆ ਹੋਇਆ ਸੀਗਾ। ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ ਬੀ ਵੱਜੀ। ਬਿਹਾਰ ਤੇ ਨੇਪਾਲ ਵਾਲਾ ਜਿਹੜਾ ਬਾਰਡਰ ਹੈ ਉੱਥੇ ਪੈਂਦਾ ਹੈ ਵੱਜੀ, ਠੀਕ ਹੈ, ਇਹ ਯਾਦ ਰੱਖਣਾ ਆਪਾਂ, ਠੀਕ ਹੈ। ਬਿਹਾਰ ਮਾਡਰਨ ਟਾਈਮ ਦੇ ਵਿੱਚ ਇਹ ਬਿਹਾਰ ਦੇ ਵਿੱਚ ਪੈਂਦਾ, ਬਸ ਇੰਨਾ ਕਿ ਯਾਦ ਰੱਖੋ, ਠੀਕ ਹੈ। ਨੈਕਸਟ, ਸਿਕੰਦਰ ਦੀ ਮੌਤ ਤੋਂ ਬਾਅਦ ਉਸਦੇ ਸਾਮਰਾਜ ਦਾ ਪੂਰਬੀ ਹਿੱਸਾ ਹਨਾ, ਪੂਰਬੀ ਹਿੱਸਾ ਕਿਸ ਦੇ ਅਧੀਨ ਆਇਆ। ਤਾਂ ਸਿਕੰਦਰ ਦੀ ਮੌਤ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੇਬੀਲੋਨ, ਜਦੋਂ ਇੱਥੋਂ ਉਹ ਵਾਪਸ ਜਾ ਰਹੇ ਸੀ ਇਰਾਕ ਦੇ ਵਿੱਚ ਇੱਕ ਜਗ੍ਹਾ ਹੈ ਬੇਬੀਲੋਨ। ਕਿਹੜੀ ਜਗ੍ਹਾ ਹੈ? ਬੇਬੀਲੋਨ, ਆਪਣਾ ਇਰਾਕ ਦੇ ਵਿੱਚ ਹੈ ਹਨਾ, ਇੱਥੇ ਇਹਦੀ ਡੈਥ ਹੋ ਜਾਂਦੀ ਹੈ ਬੇਬੀਲੋਨ। ਉਸ ਤੋਂ ਬਾਅਦ ਜਿੰਨਾ ਕੁ ਵੀ ਇਲਾਕਾ ਉਹਨੇ ਜਿੱਤਿਆ ਉਹ ਕਿਹਦੇ ਕੰਟਰੋਲ ਦੇ ਵਿੱਚ ਆ ਜਾਂਦਾ ਹੈ? ਉਹ ਆਂਦਾ ਹੈ ਸੈਲੂਕਸ ਨਿਕੇਟਰ, ਜਿਹੜਾ ਉਹਦਾ ਸੈਨਾਪਤੀ ਸੀਗਾ, ਸੈਲੂਕਸ ਨਿਕੇਟਰ ਦੇ ਕੰਟਰੋਲ ਦੇ ਵਿੱਚ ਆ ਜਾਂਦਾ ਹੈ। ਯਾਦ ਰੱਖਣਾ ਹੈ ਆਪਾਂ ਨੇ ਸਾਰਿਆਂ ਨੇ। ਬਾਕੀ ਤੁਹਾਨੂੰ ਪਤਾ ਹੈ ਆਪਣੇ ਇੰਡੀਆ ਦਾ ਚੰਦਰਗੁਪਤ ਮੌਰਿਆ ਹੋਇਆ, ਜਿਨੇ ਸੈਲੂਕਸ ਨਿਕੇਟਰ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ ਜਦੋਂ ਸੈਲੂਕਸ ਨਿਕੇਟਰ ਨੇ ਇੰਡੀਆ ਤੇ ਅਟੈਕ ਕਰਿਆ। ਤੇ ਬਾਅਦ ਦੇ ਵਿੱਚ ਸੈਲੂਕਸ ਨਿਕੇਟਰ ਦੀ ਜਿਹੜੀ ਕੁੜੀ ਹੈ ਉਹਦੇ ਨਾਲ ਚੰਦਰਗੁਪਤ ਮੌਰਿਆ ਜਿਹੜਾ ਉਹ ਵਿਆਹ ਵੀ ਕਰਦਾ ਹੈ ਹਨਾ। ਤੇ ਸੈਲੂਕਸ ਨਿਕੇਟਰ ਨੇ ਹੀ ਫਿਰ ਆਪਣੇ ਇੱਕ ਖਾਸ ਬੰਦੇ ਨੂੰ ਚੰਦਰਗੁਪਤ ਮੌਰਿਆ ਦੇ ਦਰਬਾਰ ਦੇ ਵਿੱਚ ਭੇਜਿਆ ਸੀਗਾ, ਜਿਹਦਾ ਨਾਮ ਸੀ ਮੈਗਸਥਨੀਸ। ਓਕੇ, ਨੈਕਸਟ ਆ ਜਾਓ। ਅਸ਼ੋਕ ਦੁਆਰਾ ਲੋਕਾਂ ਨੂੰ ਧੰਮ ਦੀ ਸਿੱਖਿਆ ਦੇਣ ਲਈ ਕਿਹੜੇ ਅਧਿਕਾਰੀ ਨਿਯੁਕਤ ਕੀਤੇ ਗਏ ਸੀ? ਠੀਕ ਹੈ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਮਰਾਟ ਅਸ਼ੋਕ ਕਲਿੰਗ ਦੇ ਯੁੱਧ ਤੋਂ ਬਾਅਦ ਉਹਦਾ ਮਨ ਹੈ ਜਿਹੜਾ ਬਦਲ ਗਿਆ। ਅਜਿਹਾ ਕਿਹਾ ਜਾਂਦਾ ਹੈ ਕਿ ਇੰਨੀ ਜ਼ਿਆਦਾ ਮਾਰਕਾਟ ਦੇਖਣ ਤੋਂ ਬਾਅਦ ਉਹ ਬਹੁਤ ਜ਼ਿਆਦਾ ਉਦਾਸ ਰਹਿਣ ਲੱਗਿਆ ਸੀ। ਤੇ ਇਸ ਗੱਲ ਨੂੰ ਦੇਖਦੇ ਹੋਏ ਫਿਰ ਬੁੱਧੀਜ਼ਮ ਵਾਲੇ ਜਿਹੜੇ ਸਾਧੂ ਸੀਗੇ ਉਹ ਉਹਨੂੰ ਮਿਲੇ, ਥੋੜਾ ਧਰਮ ਦੀ ਸਿੱਖਿਆ ਵਗੈਰਾ ਉਹਨੂੰ ਦਈ। ਫਿਰ ਉਹ ਕੀ ਹੈ, ਉਹ ਬੁੱਧੀਜ਼ਮ ਨੂੰ ਪੂਰੀ ਤਰ੍ਹਾਂ ਫੋਲੋ ਕਰਨ ਲੱਗਿਆ, ਬਿਲਕੁਲ ਅਹਿੰਸਾਵਾਦੀ ਉਹ ਜਿਹੜਾ ਹੋ ਗਿਆ। ਯੁੱਧ ਵਗੈਰਾ ਸਭ ਕੁਝ ਕਰਨਾ ਉਹਨੇ ਛੱਡਤਾ, ਠੀਕ ਹੈ ਨਾ, ਤਲਵਾਰ ਛੱਡ ਕੇ ਹੁਣ ਉਹਨੇ ਕੀ ਹੈ ਧਰਮ ਦੇ ਰਾਸਤੇ ਤੇ ਉਹ ਚੱਲ ਪਿਆ, ਠੀਕ ਹੈ। ਤਾਂ ਫਿਰ ਉਹਨੇ ਕੀ ਹੈ, ਉਹਨੇ ਸੋਚਿਆ ਵੀ ਕਿਉਂ ਨਾ ਜਨਤਾ ਨੂੰ ਵੀ ਇਹੋ ਜਿਹੀ ਸਿੱਖਿਆ ਜਿਹੜੀ ਦੇਈ ਜਾਵੇ। ਤਾਂ ਫਿਰ ਉਹਨੇ ਕੁਝ ਸਪੈਸ਼ਲ ਜਿਹੜੇ ਅਧਿਕਾਰੀ ਹੈ ਉਹ ਨਿਯੁਕਤ ਕੀਤੇ ਸੀ, ਉਹੀ ਨਾਂ ਆਪਾਂ ਨੇ ਦੱਸਣਾ। ਉਹਨਾਂ ਨੂੰ ਕਿਹਾ ਜਾਂਦਾ ਹੈ ਧੰਮ ਮਹਾਮਤ, ਠੀਕ ਹੈ ਨਾ। ਇਹ ਸੀਗੇ ਬਈ ਧੰਮ ਮਹਾਮਤ, ਇਹ ਨਿਯੁਕਤ ਕੀਤੇ ਸੀਗੇ ਗੌਤਮ ਬੁੱਧ ਦਾ ਜਿਹੜਾ ਉਪਦੇਸ਼ ਹੈ ਹਨਾ, ਧੰਮ ਦੀ ਜਿਹੜੀ ਸਿੱਖਿਆ ਹੈ ਉਹ ਕੱਲੇ ਨਾਗਰਿਕ ਤੱਕ ਪਹੁੰਚਾਉਣ ਦੇ ਲਈ ਇਹ ਸਮਰਾਟ ਅਸ਼ੋਕ ਨੇ ਕਰਿਆ ਸੀਗਾ, ਯਾਦ ਰੱਖਣਾ ਹੈ। ਬਾਕੀ ਇਸ ਤੋਂ ਇਲਾਵਾ ਉਹਨੇ ਬਹੁਤ ਸਾਰੀ ਮਸ਼ੀਨਰੀਆਂ ਹੈ ਜਿਹੜੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਭੇਜੀਆਂ ਬੁੱਧ ਧਰਮ ਦੇ ਪ੍ਰਚਾਰ ਕਰਨ ਵਾਸਤੇ ਹਨਾ। ਤਾਂ ਜਿਵੇਂ ਆਪਣਾ ਉਹਦਾ ਪੁੱਤਰ ਤੇ ਆਪਣੀ ਪੁੱਤਰੀ ਸੀਗੀ ਉਹਦੀ ਮਹਿੰਦਰ ਤੇ ਸੰਗਮਿਤਰਾ ਹਨਾ। ਸਮਰਾਟ ਅਸ਼ੋਕ ਦੇ ਪੁੱਤਰ ਦਾ ਨਾਂ ਕੀ ਹੈ? ਮਹਿੰਦਰ, ਤੇ ਉਹਦੀ ਪੁੱਤਰੀ ਦਾ ਨਾਂ ਕੀ ਸੀ? ਸੰਗਮਿਤਰਾ। ਦੋਹਾਂ ਨੂੰ ਉਹਨੇ ਸ੍ਰੀਲੰਕਾ ਭੇਜਿਆ ਸੀ ਬੁੱਧ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ, ਠੀਕ ਹੈ ਨਾ। ਤੇ ਉੱਥੇ ਦਾ ਜਿਹੜਾ ਰਾਜਾ ਹੈ ਫਿਰ ਉਹ ਵੀ ਬੁੱਧੀਜ਼ਮ ਨੂੰ ਅਡਾਪਟ ਕਰ ਲਿਆ ਸੀ ਉਹਨੇ, ਮਤਲਬ ਬੁੱਧ ਧਰਮ ਦੇ ਵਿੱਚ ਉਹ ਸ਼ਾਮਿਲ ਹੋ ਗਿਆ ਸੀ, ਠੀਕ ਹੈ। ਨੈਕਸਟ ਆ ਜਾਓ ਬਾਈ। ਪੱਛਮੀ ਏਸ਼ੀਆ ਦੇ ਯੂਨਾਨੀ ਸ਼ਾਸਕ ਸੈਲੂਕਸ ਨਿਕੇਟਰ ਦੁਆਰਾ ਚੰਦਰਗੁਪਤ ਮੌਰਿਆ ਦੇ ਦਰਬਾਰ ਵਿੱਚ ਭੇਜੇ ਗਿਆ ਰਾਜਦੂਤ ਕੌਣ ਸੀ? ਤਾਂ ਇਹ ਹੁਣੇ ਆਪਾਂ ਡਿਸਕਸ ਕਰਕੇ ਹਟੇ ਆ। ਚੰਦਰਗੁਪਤ ਮੌਰਿਆ ਨੇ ਸੈਲੂਕਸ ਨਿਕੇਟਰ ਨੂੰ ਹਰਾਇਆ ਸੀ, ਚੰਦਰਗੁਪਤ ਮੌਰਿਆ ਨੇ ਸੈਲੂਕਸ ਨਿਕੇਟਰ ਨੂੰ ਹਰਾਇਆ ਸੀ ਬਈ। ਤੇ ਫਿਰ ਉਹਦੀ ਕੁੜੀ ਹੈ ਜਿਹੜੀ ਉਹਦੇ ਨਾਲ ਵਿਆਹ ਕਰਿਆ ਸੀ। ਹੁਣ ਫਿਰ ਉਹ ਦੋਨੇ ਰਿਸ਼ਤੇਦਾਰ ਹੋ ਗਏ। ਫਿਰ ਕੀ ਹੈ, ਸੈਲੂਕਸ ਨਿਕੇਟਰ ਨੇ ਇੱਕ ਬੰਦੇ ਨੂੰ ਆਪਣਾ ਰਾਜਦੂਤ ਬਣਾ ਕੇ ਚੰਦਰਗੁਪਤ ਮੌਰਿਆ ਦੇ ਦਰਬਾਰ ਦੇ ਵਿੱਚ ਭੇਜਿਆ, ਉਹਦਾ ਨਾਮ ਸੀਗਾ ਮੈਗਸਥਨੀਸ। ਬਿਲਕੁਲ ਸਿੰਪਲ ਹੈ। ਤੇ ਮੈਗਸਥਨੀਸ ਨੇ ਇੱਕ ਬੁੱਕ ਲਿਖੀ ਸੀ ਇੰਡੀਕਾ, ਇਹ ਵੀ ਆਪਾਂ ਪਹਿਲਾਂ ਇਸੇ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਹਨਾ, ਇਹ ਯਾਦ ਰੱਖਣਾ ਹੈ। ਬਾਕੀ ਇਹਨੂੰ ਛੱਡੋ, ਹੁਣ ਦੂਜੇ ਆਪਸ਼ਨਾਂ ਦੇ ਉੱਤੇ ਆਓ। ਇੱਕ ਆਪਸ਼ਨ ਇੱਥੇ ਹੈਗਾ ਹਿਊਏਨ ਸਵਾਂਗ, ਇਹ ਚਾਈਨੀਜ਼ ਸੀਗਾ ਬਈ, ਚੀਨੀ ਯਾਤਰੀ ਸੀਗਾ, ਠੀਕ ਆ। ਇਹ ਕਿਹਦੇ ਟਾਈਮ ਦੇ ਵਿੱਚ ਇੰਡੀਆ ਆਇਆ? ਤਾਂ ਇਹ ਆਇਆ ਹਰਸ਼ਵਰਧਨ ਦੇ ਟਾਈਮ ਦੇ ਵਿੱਚ। ਸੁਪਰ ਇੰਪੋਰਟੈਂਟ ਹੈ, ਡਾਇਰੈਕਟ ਕੁਐਸਚਨ ਆਂਦਾ ਹੈ ਹਰਸ਼ਵਰਧਨ, ਠੀਕ ਹੈ ਨਾ। ਕਿ ਚੀਨੀ ਯਾਤਰੀ ਹਵੇਨ ਸਵਾਂਗ ਕਿਹਦੇ ਟਾਈਮ ਦੇ ਵਿੱਚ ਇੰਡੀਆ ਆਇਆ? ਤਾਂ ਉਹ ਆਇਆ ਹਰਸ਼ਵਰਧਨ ਦੇ ਟਾਈਮ ਦੇ ਵਿੱਚ। ਫਾਹੀਆਨ ਇਹ ਵੀ ਚੀਨੀ ਸੀਗਾ ਬਈ। ਇਹ ਕੁਐਸਚਨ ਆਂਦਾ ਹੈ ਕਿ ਚੀਨੀ ਯਾਤਰੀ ਫਾਹੀਆਨ ਕਿਹਦੇ ਟਾਈਮ ਦੇ ਵਿੱਚ ਇੰਡੀਆ ਆਇਆ? ਤਾਂ ਉਹ ਆਇਆ ਚੰਦਰਗੁਪਤ ਵਿਕਰਮਾਦਿੱਤਿਆ, ਗੁਪਤ ਵੰਸ਼ ਦਾ ਰਾਜਾ ਸੀਗਾ ਚੰਦਰਗੁਪਤ। ਮੌਰਿਆ ਵੰਸ਼ ਦਾ ਚੰਦਰਗੁਪਤ ਮੌਰਿਆ ਹੁੰਦਾ, ਉਹਦੇ ਨਾਂ ਦੇ ਪਿੱਛੇ ਹਮੇਸ਼ਾ ਮੌਰਿਆ ਵਰਡ ਆਪਾਂ ਯੂਜ਼ ਕਰਦੇ ਹਾਂ। ਚੰਦਰਗੁਪਤ ਮੌਰਿਆ ਉਹ ਮੌਰਿਆ ਵੰਸ਼ ਦਾ ਸੀਗਾ। ਜੇ ਆਪਾਂ ਗੱਲ ਕरें ਓਨਲੀ ਸਿੰਪਲ ਚੰਦਰਗੁਪਤ ਦੀ ਤਾਂ ਆਪਾਂ ਗੁਪਤ ਵੰਸ਼ ਦੇ ਰਾਜੇ ਦੀ ਗੱਲ ਕਰ ਰਹੇ ਹਾਂ, ਚੰਦਰਗੁਪਤ।
ਠੀਕ ਹੈ, ਚੰਦਰਗੁਪਤ ਜਾਂ ਚੰਦਰਗੁਪਤ ਨੂੰ ਆਪਾਂ ਵਿਕਰਮਾਦਿੱਤਿਆ ਚੰਦਰਗੁਪਤ ਵੀ ਕਹਿ ਦਿੰਦੇ ਆ, ਚੰਦਰਗੁਪਤ ਵਿਕਰਮਾਦਿੱਤਿਆ। ਠੀਕ ਹੈ, ਇਹਦੇ ਟਾਈਮ ਦੇ ਵਿੱਚ ਆਇਆ ਸੀਗਾ। ਠੀਕ ਹੈ ਬਈ, ਇਹ ਯਾਦ ਰੱਖਣਾ ਹੈ ਆਪਾਂ ਨੇ। ਦੋਹਾਂ ਦੇ ਵਿੱਚੋਂ ਪਹਿਲਾਂ ਕੌਣ ਆਇਆ, ਫਾਹੀਆਨ ਆਇਆ ਕਿ ਹਵੇਨਸਵਾਂਗ ਆਇਆ? ਤਾਂ ਦੋਹਾਂ ਦੇ ਵਿੱਚੋਂ ਪਹਿਲਾਂ ਬਈ ਨੋਰਮਲ ਜੀ ਗੱਲ ਹੈ, ਫਾਹੀਆਨ ਆਇਆ, ਕਿਉਂਕਿ ਗੁਪਤ ਵੰਸ਼ ਪਹਿਲਾਂ ਸੀਗਾ। ਗੁਪਤ ਵੰਸ਼ ਤੋਂ ਬਹੁਤ ਟਾਈਮ ਬਾਅਦ, ਬਹੁਤ ਟਾਈਮ ਤਾਂ ਨਹੀਂ, ਮਤਲਬ 300-400 ਸਾਲ ਬਾਅਦ ਹੀ ਹੈ ਜਿਹੜਾ ਇਹਦਾ ਰਾਜ ਪਾਠ ਹੈ ਜਿਹੜਾ ਆਂਦਾ ਹੈ ਹਰਸ਼ਵਰਧਨ ਦਾ। ਤਾਂ ਪਹਿਲਾਂ ਫਾਹੀਆਨ ਆਇਆ ਸੀਗਾ। ਠੀਕ ਹੈ, ਓਕੇ ਨੈਕਸਟ ਆ ਜਾਓ ਫਿਰ ਹੁਣ। ਕਿਸ ਸ਼ਿਲਾਲੇਖ ਵਿੱਚ ਚੋਲਾਂ ਦੇ ਅਧੀਨ ਪਿੰਡਾਂ ਦੇ ਪ੍ਰਸ਼ਾਸਨ ਦਾ ਜ਼ਿਕਰ ਹੈ? ਤਾਂ ਕਿਸ ਸ਼ਿਲਾਲੇਖ ਵਿੱਚ ਚੋਲਾਂ ਦੇ ਅਧੀਨ ਪਿੰਡਾਂ ਦੇ ਪ੍ਰਸ਼ਾਸਨ ਦਾ ਜ਼ਿਕਰ ਹੈ? ਤਾਂ ਉਹ ਸ਼ਿਲਾਲੇਖ ਹੈਗਾ ਬਈ ਉੱਤਰਾਮਿਰੂਰ। ਠੀਕ ਹੈ ਨਾ, ਇਹ ਸ਼ਿਲਾਲੇਖ ਹੈ ਜਿਹੜਾ ਪ੍ਰਾਪਤ ਹੋਇਆ, ਇਹਦੇ ਤੋਂ ਸਾਨੂੰ ਚੋਲ ਪ੍ਰਸ਼ਾਸਨ ਦੇ ਬਾਰੇ ਪਤਾ ਲੱਗਦਾ ਹੈ ਨਾ, ਕਿੱਦਾਂ ਉਸ ਟਾਈਮ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਹੈ ਜਿਹੜਾ ਚੱਲਦਾ ਸੀਗਾ, ਉਹ ਸਾਰਾ ਕੁਝ ਸਾਨੂੰ ਇਸ ਤੋਂ ਪਤਾ ਲੱਗਦਾ ਹੈ। ਤਾਂ ਇਹ ਵੀ ਇੰਪੋਰਟੈਂਟ ਹੈ, ਸੀਜੀਐਲ ਨੇ ਕਾਫੀ ਵਾਰ 2-3 ਵਾਰ ਇਹ ਕੁਐਸਚਨ ਹੈ ਜਿਹੜਾ ਪੁੱਛਿਆ ਹੋਇਆ, ਚੈੱਕ ਕਰ ਸਕਦੇ ਹੋ ਤੁਸੀਂ। ਠੀਕ ਹੈ, ਬਾਕੀ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਹਨਾ, ਤੁਹਾਡੇ ਲਈ ਇੱਕ ਸਪੈਸ਼ਲ ਬੈਚ ਹੈ ਪ੍ਰਤਾਪੀ ਬੈਚ। ਤੁਸੀਂ ਸਾਡੀ ਐਪ ਡਾਊਨਲੋਡ ਕਰ ਸਕਦੇ ਹੋ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਆ। ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ ਸਾਡੀ ਐਂਡਰੋਇਡ ਐਪ ਹੈ, ਇਹ ਤੁਸੀਂ ਬੈਚ ਪਰਚੇਸ ਕਰ ਸਕਦੇ ਹੋ, ਜੁਆਇਨ ਕਰ ਸਕਦੇ ਹੋ ਇਸ ਬੈਚ ਨੂੰ। ਬਹੁਤ ਵਧੀਆ ਬੈਚ ਹੈ, ਬਹੁਤ ਵਧੀਆ ਰਿਸਪੌਂਸ ਤੁਹਾਨੂੰ ਦੇਖਣ ਨੂੰ ਮਿਲ ਰਿਹਾ, ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਠੀਕ ਹੈ ਨਾ, ਤੇ ਐਗਜ਼ਾਮ ਓਰੀਐਂਟਡ ਵੀਡੀਓਜ਼ ਨੇ ਸਾਰੀ ਦੀ ਸਾਰੀਆਂ, ਪੀਡੀਐਫ ਨੋਟਸ ਤੁਹਾਨੂੰ ਮਿਲਣਗੇ, ਸਪੈਸ਼ਲ ਡਾਊਟ ਕਲਾਸਾਂ ਨੇ, ਲਾਈਵ ਕਲਾਸਿਸ ਫॉर ਐਮਸੀਕਿਊ ਪ੍ਰੈਕਟਿਸ ਜਿਵੇਂ ਆਪਾਂ ਹੁਣ ਕਰ ਰਹੇ ਹਾਂ। ਇਹ ਤਾਂ ਚਲੋ ਆਫਲਾਈਨ ਆ, ਬਾਕੀ ਆਨਲਾਈਨ ਐਮਸੀਕਿਊ ਪ੍ਰੈਕਟਿਸ ਵੀ ਇਸ ਬੈਚ ਦੇ ਰਾਹੀਂ ਤੁਹਾਨੂੰ ਮਿਲੂਗੀ। ਮੈਥ ਦਾ ਤਾਂ ਕੋਈ ਮਤਲਬ ਅਜਿਹਾ ਟੌਪਿਕ ਨਹੀਂ ਹੋਣਾ ਜਿਹਦੇ ਤੋਂ ਜੇ ਸਵਾਲ ਆਇਆ ਹੋਇਆ ਤੇ ਤੁਸੀਂ ਉਸ ਨੂੰ ਨਾ ਕਰਕੇ ਆਓ। ਠੀਕ ਹੈ ਨਾ, ਇੰਨਾ ਵਧੀਆ ਤਰੀਕੇ ਨਾਲ ਮੈਥ ਜਿਹੜਾ ਦੀਪ ਸਰ ਨੇ ਕਰਾਇਆ ਹੋਇਆ, ਬਿਲਕੁਲ ਸ਼ੋਰਟ ਟ੍ਰਿਕਸ ਦੇ ਨਾਲ ਹੈ, ਪੈਨ ਵੀ ਚੱਕਣ ਦੀ ਲੋੜ ਨਹੀਂ, ਕੁਐਸਚਨ ਪੜ੍ਹਨ ਸਦਾਰ ਆਨਸਰ ਆਂਦਾ, ਜਿਵੇਂ ਜੀਕੇ ਦਾ ਕੁਐਸਚਨ ਪੜ੍ਹਦੇ ਨਾ ਆਨਸਰ ਆਂਦਾ, ਐਦਾਂ ਮੈਥ ਦਾ ਕੁਐਸਚਨ ਪੜ੍ਹ ਕੇ ਆਨਸਰ ਕੱਢ ਦੋਗੇ। ਠੀਕ ਹੈ, ਤਾਂ ਇਹ ਜ਼ਰੂਰ ਤੁਸੀਂ ਇੱਕ ਵਾਰ ਚੈੱਕ ਕਰੋ। ਥੈਂਕ ਯੂ। ਤੇ ਬਾਕੀ ਵੀਡੀਓ ਨੂੰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਬਈ, ਧੰਨਵਾਦ।